हाँ जी, सत श्री अकाल मेरे प्यारे दोस्तों। स्वागत है तुहाडा साडे प्लेटफॉर्म के उपर। ते जिहड़ा अज दा टॉपिक आ ये वेरी इंपोर्टेंट टॉपिक आ। ये टॉपिक सुपरवाइजर के पेपर ते एनटीटी के पेपर के लिए तो वेरी इंपोर्टेंट बन जाता है। पर जे तुसी कोई भी कॉम्पीटेटिव एग्जाम देने भी जाते हो तो उनके वास्ते भी ये टॉपिक बड़ा मायने रखता है। तो जिहड़ा ये टॉपिक हैगा ये हैगा हैल्थ एंड न्यूट्रिशन, जिन्हों असी पंजाबी दे विच सेहत अते पोषण कहने आ। ते साडी से अज असी इस टॉपिक दे विच समझांगे, असी इहदे विच समझांगे कि सेहत की चीज आ, हैल्थ की चीज आ, पोषण की चीज आ, ते नाल ही असी न्यूट्रिएंट भी समझने की कोशिश करांगे कि नाल ही असी पोषण तत्त जिहड़े हुंदे ने ਉਹ ਕਿਹੜੇ ਨੇ। ਇਹਨਾਂ ਸਾਰੇ ਟੌਪਿਕਸ ਨੂੰ ਅਸੀਂ ਉਦਾਹਰਨ ਦੇ ਸਹਿਤ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਪਰੋਚ ਟੂ ਪੇਪਰ ਲੈ ਕੇ ਚੱਲਾਂਗੇ ਕਿ ਪੇਪਰ ਦੇ ਵਿੱਚ ਇਹਨਾਂ ਵਿੱਚੋਂ ਕੁਐਸਚਨ ਆਉਣ ਦੇ ਚਾਂਸ ਕਿਵੇਂ ਦੇ ਹੁੰਦੇ ਆ। ਇਹ ਵੀਡੀਓ ਦੋ ਭਾਗਾਂ ਦੇ ਵਿੱਚ ਰਹੂਗੀ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੀ ਡੈਫੀਨੇਸ਼ਨਸ, ਇਹਦੇ ਟਾਈਪਸ, ਠੀਕ ਹੈ, ਕੁਆਂਟੀਟੀ ਦੇ ਆਧਾਰ ਦੇ ਵਿੱਚ ਟਾਈਪਸ, ਉਸ ਤੋਂ ਬਾਅਦ ਫਿਜ਼ੀਕਲ ਸਟਰਕਚਰ ਦੇ ਆਧਾਰ ਦੇ ਉੱਤੇ ਜਿਹੜੇ ਨੇ ਟਾਈਪਸ ਨੇ ਉਹਨਾਂ ਨੂੰ ਅੱਜ ਦੀ ਕਲਾਸ ਦੇ ਵਿੱਚ ਪੜਾਂਗੇ। ਨਾਲ ਹੀ ਅੱਗੇ ਜਾ ਕੇ ਅਸੀਂ ਜਦੋਂ ਪੋਸ਼ਕ ਤੱਤਾਂ ਦੀ ਗੱਲ ਕਰਾਂਗੇ ਤਾਂ 0 ਤੋਂ 6 ਸਾਲ ਦੇ ਬੱਚਿਆਂ ਨੂੰ ਪੋਸ਼ਕ ਤੱਤ ਕਿਹੋ ਜਿਹੇ ਚਾਹੀਦੇ ਨੇ ਇਹ ਵੀ ਕਲਾਸੀਫਿਕੇਸ਼ਨ ਕਰਾਂਗੇ, ਕਿਉਂਕਿ ਇਹ ਟੌਪਿਕ ਐਨਟੀਟੀ ਦੇ ਸਿਲੇਬਸ ਦੇ ਵਿੱਚ ਵੀ ਹੈਗਾ ਤੇ ਸੁਪਰਵਾਈਜ਼ਰ ਦੇ ਸਿਲੇਬਸ ਦੇ ਵਿੱਚ ਜਿਹੜਾ ਇਹ ਟੌਪਿਕ ਹੈਗਾ ਉਹਦੇ ਵਿੱਚ ਤੈਨੂੰ ਅਸੀਂ ਸਾਰੇ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਨਿਖੇੜਾਂਗੇ। ਤਾਂ ਅਸੀਂ ਸਟਾਰਟ ਕਰਦੇ ਹਾਂ। ਸਟਾਰਟ ਕਰਨ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਹੈਲਥ ਕੀ ਆ, ਸਿਹਤ ਕੀ ਆ। ਤਾਂ ਹੈਲਥ ਸਿਹਤ ਬਾਰੇ ਜਿਹੜੀ ਹੈਗੀ ਆ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ, ਜਿਹਨੂੰ ਅਸੀਂ WHO ਕਹਿੰਦੇ ਆ, ਉਹਨੇ ਕੀ ਡੈਫੀਨੇਸ਼ਨ ਦਿੱਤੀ, ਉਹਦੇ ਦੁਆਰਾ ਜਿਹੜੀ ਸਿਹਤ ਆ ਉਹ ਕੀ ਚੀਜ਼। ਤਾਂ ਅਸੀਂ ਇੱਕੋ ਗੱਲ ਹੀ ਆ ਕਿ ਜੇ ਤੁਹਾਡੇ ਤੋਂ ਹੈਲਥ ਦੀ ਡੈਫੀਨੇਸ਼ਨ ਦੇ ਵਿੱਚ ਕੁਐਸਚਨ ਤੁਹਾਡੇ ਪੇਪਰ ਦੇ ਵਿੱਚ ਆ ਜੇ ਕਿ ਵਾਟ ਇਜ਼ ਹੈਲਥ, ਸਿਹਤ ਕੀ ਆ, ਤਾਂ ਤੁਸੀਂ ਸਿੱਧਾ ਕਹੋਗੇ ਸਰੀਰਕ ਤੌਰ ਤੇ ਤੰਦਰੁਸਤ, ਉਹਨੂੰ ਤੁਸੀਂ ਸਿਹਤ ਕਹਿ ਦੋਗੇ। ਕਿ ਜਦੋਂ ਅਸੀਂ ਫਿਜ਼ੀਕਲ ਤੌਰ ਤੇ ਤੰਦਰੁਸਤ ਆ, ਸਟਰੋਂਗ ਆ, ਤਾਂ ਉਹ ਸਿਹਤ ਹੋ ਜਾਊਗਾ। ਇਹ ਡੈਫੀਨੇਸ਼ਨ ਬਿਲਕੁਲ ਗਲਤ ਆ। ਤਾਂ ਅਸੀਂ ਦੇਖਦੇ ਹਾਂ ਕਿ ਜਿਹੜੀ ਵਿਸ਼ਵ ਸਿਹਤ ਸੰਗਠਨ ਨੇ ਕੀ ਕਿਹਾ ਕਿ ਸਿਹਤ ਜਿਹੜੀ ਹੈਗੀ ਆ ਸਰੀਰਕ, ਮਾਨਸਿਕ ਅਤੇ ਸਮਾਜਿਕ ਰੂਪ ਵਿੱਚ ਪੂਰਨ ਤੌਰ ਤੇ ਸਿਹਤਮੰਦ ਹੋਣਾ ਹੀ ਸਿਹਤ ਆ। ਤਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਕੀ ਕਹਿੰਦੇ, ਫਿਜ਼ੀਕਲ, ਮੈਂਟਲੀ ਅਤੇ ਸੋਸ਼ਲ। ਤਾਂ ਇਹਦੇ ਵਿੱਚ ਅਸੀਂ ਇਹ ਗੱਲ ਕਰੀਏ ਕਿ ਸਿਹਤ ਦਾ ਮੀਨਿੰਗ ਇਹ ਆ, ਹੈਲਥ ਦਾ ਮੀਨਿੰਗ ਇਹ ਆ, ਜੇ ਅਸੀਂ ਫਿਜ਼ੀਕਲ ਤੌਰ ਤੇ ਵੀ ਠੀਕ ਆ, ਪਲੱਸ ਅਸੀਂ ਮੈਂਟਲੀ ਤੌਰ ਤੇ ਵੀ ਠੀਕ ਆ, ਪਲੱਸ ਅਸੀਂ ਸਮਾਜਿਕ ਤੌਰ ਤੇ ਵੀ ਠੀਕ ਆ, ਸੋਸ਼ਲੀ ਤੌਰ ਤੇ ਵੀ ਠੀਕ ਆ, ਤਾਂ ਉਹਨੂੰ ਅਸੀਂ ਸਿਹਤਮੰਦ ਮੰਨਾਂਗੇ, ਉਹਨੂੰ ਅਸੀਂ ਸਿਹਤ ਕਹਾਂਗੇ, ਉਹਨੂੰ ਅਸੀਂ ਹੈਲਥ ਕਹਾਂਗੇ। ਤਾਂ ਸਾਡਾ ਜਿਹੜਾ ਫੈਨੋਮੇਨਾ ਬਣਿਆ ਹੁੰਦਾ ਹੈ, ਸਾਡਾ ਜਿਹੜਾ ਇੱਕ ਨੈਰੇਟਿਵ ਸੈੱਟ ਹੁੰਦਾ ਹੈ, ਤਾਂ ਸਾਡਾ ਨੈਰੇਟਿਵ ਸੈੱਟ ਕੀ ਹੁੰਦਾ ਹੈ ਕਿ ਜਿਹੜਾ ਫਿਜ਼ੀਕਲ ਤੌਰ ਤੇ ਵਧੀਆ ਹੈ, ਜਿਹੜਾ ਉੱਚਾ ਲੰਮਾ ਹੈ, ਸਟਰੋਂਗ ਆ, ਉਹਦੀ ਸਿਹਤ ਚੰਗੀ ਆ। ਪਰ ਸਿਹਤ ਨੂੰ ਅਸੀਂ ਇੰਨੇ ਇੱਕ ਬੈਰੀਕੇਡ ਦੇ ਵਿੱਚ ਨਹੀਂ ਬੰਨ੍ਹ ਕੇ ਰੱਖ ਸਕਦੇ। ਤਾਂ ਸਿਹਤ ਦੇ ਵਿੱਚ ਅਸੀਂ ਇੱਕ ਡੈਫੀਨੇਸ਼ਨ ਲੈਂਦੇ ਆ, ਜਿਹੜੀ ਡੈਫੀਨੇਸ਼ਨ ਕਿਹਨੇ ਦਿੱਤੀ ਸੀ? ਇਹ ਡੈਫੀਨੇਸ਼ਨ WHO ਨੇ ਦਿੱਤੀ ਸੀ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਦਿੱਤੀ ਸੀ, ਜਿੰਦੇ ਅਨੁਸਾਰ ਸਿਹਤ ਦਾ ਮੀਨਿੰਗ ਹੈਗਾ ਜਿਹੜਾ ਸਮਾਜਿਕ, ਸਰੀਰਕ ਔਰ ਮਾਨਸਿਕ ਤੌਰ ਤੇ ਪੂਰਨ ਤੌਰ ਤੇ ਸਿਹਤਮੰਦ ਹੋਣਾ ਹੀ ਸਿਹਤ ਦਾ ਜਿਹੜਾ ਹੈ ਉਹ ਮੀਨਿੰਗ ਆ। ਔਰ ਅਗਲੀ ਗੱਲ ਇਹ ਆ ਕਿ ਕੋਈ ਇਸ ਇੱਕ ਬਿਮਾਰੀ ਨਾਲ ਹੀ ਅਸੀਂ ਸਿਹਤ ਨੂੰ ਆ ਉਹ ਡਿਰੇਟ ਕਰ ਦਿੰਦੇ ਆ। ਜਦੋਂ ਇੱਕ ਗੱਲ ਕਹੀਦਾ ਕਿ ਸਾਨੂੰ ਕੋਈ ਬਿਮਾਰੀ ਨਹੀਂ ਤੇ ਅਸੀਂ ਸਾਡੀ ਸਿਹਤ ਚੰਗੀ ਆ, ਤਾਂ ਇਹ ਡੈਫੀਨੇਸ਼ਨ ਠੀਕ ਨਹੀਂ ਹੋਊਗੀ। ਕੱਲੀ ਬਿਮਾਰੀ ਤੱਕ ਸੀਮਿਤ ਨਹੀਂ ਰਹੀ ਸਿਹਤ ਕਨਸੈਪਟ ਇੱਕ ਬਹੁਤ ਲੰਮਾ ਕਨਸੈਪਟ ਜਿਹੜਾ ਹੈ ਉਹ ਬਣ ਜਾਂਦਾ ਹੈ। ਔਰ ਇੱਕ ਡੈਫੀਨੇਸ਼ਨ ਤਾਂ ਇਹ ਅਸੀਂ ਪੜ੍ਹ ਹੀ ਲਈ, ਇੱਕ ਡੈਫੀਨੇਸ਼ਨ ਤੁਸੀਂ ਆਪਦੇ ਕੋਲੋਂ ਬਣਾ ਸਕਦੇ ਹੋ। ਉਹ ਅਸੀਂ ਇਹ ਬਣਾ ਸਕਦੇ ਹਾਂ, ਗੁਣਾਤਮਿਕ ਵਿਕਾਸ। ਸਾਡਾ ਕਿਹੜਾ ਵਿਕਾਸ? ਸਾਡਾ ਗੁਣਾਤਮਿਕ ਵਿਕਾਸ। ਗੁਣਾਤਮਿਕ ਵਿਕਾਸ ਜਿਹੜਾ ਹੈਗਾ ਉਹ ਜਿਹੜਾ ਗੁਣਾਤਮਿਕ ਵਿਕਾਸ ਸਾਡਾ ਹੁੰਦਾ ਹੈ ਉਹ ਸਿਹਤ ਦੇ ਵਿੱਚ ਆ ਜਿਹੜਾ ਇਨਕਲੂਡ ਹੁੰਦਾ ਹੈ, ਜਿਹਦੇ ਵਿੱਚ ਸਾਡੇ ਸਾਰੇ ਤਰ੍ਹਾਂ ਦੇ ਵਿਕਾਸ ਨੇ, ਸਾਰੇ ਤਰ੍ਹਾਂ ਦੇ ਜਿਹੜੇ ਡਿਵੈਲਪਮੈਂਟ ਨੇ, ਜਾਂ ਸਾਰੇ ਤਰ੍ਹਾਂ ਦੀ ਸੰਪੂਰਨ ਜਿਹੜੀ ਸਾਡੀ ਜਿਹੜੀ ਸਟਰੋਂਗਲੀ ਹੋਣਾ, ਅਸੀਂ ਸਰੀਰਕ ਤੌਰ ਤੇ ਸਟਰੋਂਗ ਹੋਣਾ, ਮਾਨਸਿਕ ਤੌਰ ਤੇ ਸਟਰੋਂਗ ਹੋਣਾ, ਸੋਸ਼ਲੀ ਤੌਰ ਤੇ ਸਟਰੋਂਗ ਹੋਣਾ ਜਿਹੜਾ ਹੈ ਉਹ ਸਿਹਤ ਡੈਫੀਨੇਸ਼ਨ ਆ। ਉਸ ਤੋਂ ਬਾਅਦ ਅਸੀਂ ਅਗਲੇ ਚੀਜ਼ ਦੇ ਵਿੱਚ ਨਿਊਟ੍ਰੀਸ਼ਨ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪੋਸ਼ਣ ਕੀ ਆ। ਪੋਸ਼ਣ ਜਾਂ ਨਿਊਟ੍ਰੀਸ਼ਨ ਨੂੰ ਸਮਝਣ ਦੇ ਵਿੱਚ ਤੇ ਪਹਿਲਾਂ ਸਾਨੂੰ ਪੌਸ਼ਟਿਕ ਤੱਤ ਜਿਹੜੇ ਹੈਗੇ ਨੇ, ਨਿਊਟ੍ਰੀਐਂਟ ਜਿਹੜੇ ਹੈਗੇ ਨੇ, ਨਿਊਟ੍ਰੀਐਂਟ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਅਸੀਂ ਨਿਊਟ੍ਰੀਸ਼ਨ ਨੂੰ ਤਾਂ ਬਾਅਦ ਦੇ ਵਿੱਚ ਸਮਝਾਂਗੇ। ਤਾਂ ਅਸੀਂ ਜਦੋਂ ਸਮਝਾਂਗੇ ਜਿਹੜੇ ਪੋਸ਼ਕ ਤੱਤ ਨੇ,
ठीक है, ਜਿਹੜੇ ਨਿਊਟ੍ਰੀਐਂਟ ਹੁੰਦੇ ਨੇ ਇਹ ਚੀਜ਼ ਕੀ ਹੁੰਦੀ ਆ ਤਾਂ ਪੋਸ਼ਕ ਤੱਤ ਉਹ ਨੇ ਜਿਹੜੇ ਰਸਾਇਣਿਕ ਪਦਾਰਥ, ਠੀਕ ਹੈ ਜੀ, ਜਿਹੜੇ ਅਸੀਂ ਗੱਲ ਕਰੀਏ ਕੈਮੀਕਲ ਕੰਪੋਨੈਂਟਸ ਹੁੰਦੇ ਨੇ ਜੋ ਸਰੀਰ ਨੂੰ ਸਿਹਤਮੰਦ ਅਤੇ ਕਿਰਿਆਤਮਕ ਬਣਾ ਕੇ ਰੱਖਦੇ ਨੇ। ਤਾਂ ਅਸੀਂ ਗੱਲ ਕਰੀਏ ਪੋਸ਼ਕ ਤੱਤ ਉਹ ਤੱਤ ਨੇ ਜਿਹੜੇ ਸਾਡੇ ਸਰੀਰ ਨੂੰ ਕੀ ਆ, ਇੱਕ ਤਾਂ ਸਿਹਤਮੰਦ ਬਣਾ ਕੇ ਰੱਖਦੇ, ਦੂਜਾ ਸਾਡੇ ਸਰੀਰ ਨੂੰ ਕੀ ਕਰਦੇ ਨੇ, ਜਿਹੜੇ ਸਾਡਾ ਸਰੀਰ ਪ੍ਰੋਪਰਲੀ ਫੰਕਸ਼ਨ ਕਰ ਸਕੇ, ਕਿਰਿਆਤਮਕ ਕਰ ਸਕੇ, ਕੰਮ ਕਰ ਸਕੇ, ਤਾਂ ਕੰਮ ਕਰਨ ਦੀ ਸਮਰੱਥਾ ਸਾਡੇ ਵਿੱਚ ਭਰਨ, ਤਾਂ ਸਾਡੇ ਸਰੀਰ ਨੂੰ ਕੀ ਕਰਨ, ਸਿਹਤਮੰਦ ਰੱਖਣ ਦੇ ਨਾਲ ਨਾਲ ਪਲੱਸ ਸਾਡਾ ਸਰੀਰ ਕਿਰਿਆਤਮਕ ਤੌਰ ਤੇ ਵਰਕ ਕਰ ਸਕੇ, ਪ੍ਰੋਪਰਲੀ ਫੰਕਸ਼ਨ ਕਰ ਸਕੇ। ਤਾਂ ਇਸ ਕਰਕੇ ਇਸ ਤਰੀਕੇ ਦੀ ਜਿਹੜੀ ਊਰਜਾ એનર્ਜੀ ਸਾਡੇ ਸਰੀਰ ਦੇ ਵਿੱਚ ਭਰਦੇ ਨੇ ਜਿਹੜੇ ਰਸਾਇਣਿਕ ਪਦਾਰਥ, ਕਿਹੜੇ ਪਦਾਰਥ, ਰਸਾਇਣਿਕ ਪਦਾਰਥ ਜਾਂ ਕੈਮੀਕਲ ਕੰਪੋਨੈਂਟ ਜਿਹੜੀ ਹੈਗੇ ਨੇ ਉਹਨਾਂ ਨੂੰ ਅਸੀਂ ਪੋਸ਼ਕ ਤੱਤ ਕਹਿੰਦੇ ਆ। ਤਾਂ ਇਸੇ ਕਰਕੇ ਅਸੀਂ ਪੋਸ਼ਕ ਤੱਤ ਦੀ ਡੈਫੀਨੇਸ਼ਨ ਨੂੰ ਸਮਝਿਆ, ਸਭ ਤੋਂ ਪਹਿਲਾਂ ਅਸੀਂ ਪੋਸ਼ਣ ਨੂੰ ਸਮਝਿਆ, ਸਭ ਤੋਂ ਪਹਿਲਾਂ ਅਸੀਂ ਸਿਹਤ ਨੂੰ ਸਮਝਿਆ, ਸਿਹਤ ਤੋਂ ਬਾਅਦ ਅਸੀਂ ਪੋਸ਼ਣ ਨੂੰ ਇੱਕ ਵਾਰ ਛੱਡਤਾ, ਪੋਸ਼ਣ ਸਮਝਣ ਤੋਂ ਪਹਿਲਾਂ ਅਸੀਂ ਪੋਸ਼ਕ ਤੱਤ ਸਮਝੇ। ਤਾਂ ਜਦੋਂ ਅਸੀਂ ਨਿਊਟ੍ਰੀਐਂਟ ਨੂੰ ਸਮਝਿਆ ਤਾਂ ਨਿਊਟ੍ਰੀਐਂਟ ਦੇ ਵਿੱਚ ਅਸੀਂ ਕੀ ਪੜਿਆ ਕਿ ਉਹ ਕੈਮੀਕਲ ਕੰਪੋਨੈਂਟ ਜਾਂ ਉਹ ਕੈਮੀਕਲ ਮਟੀਰੀਅਲ ਜਿਹੜੇ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ, ਹੈਲਥੀ ਰੱਖਣ, ਪਲੱਸ ਸਾਡੇ ਸਰੀਰ ਦੀ ਪ੍ਰੋਪਰਲੀ ਫੰਕਸ਼ਨਿੰਗ ਕਰਨ, ਸਾਡੇ ਸਰੀਰ ਨੂੰ ਦੀ ਪ੍ਰੋਪਰਲੀ ਕਿਰਿਆਤਮਕ ਕਰਨ, ਤਾਂ ਉਹਨੂੰ ਅਸੀਂ ਕੀ ਕਹਾਂਗੇ, ਉਹਨੂੰ ਨਿਊਟ੍ਰੀਐਂਟ ਕਹਾਂਗੇ ਜਾਂ ਅਸੀਂ ਉਹਨੂੰ ਪੋਸ਼ਕ ਤੱਤ ਕਹਾਂਗੇ। ਤਾਂ ਇਸੇ ਤਰੀਕੇ ਨਾਲ ਇਹ ਦੋ ਚੀਜ਼ਾਂ ਨੂੰ ਸਮਝਣ ਤੋਂ ਬਾਅਦ ਅਸੀਂ ਲਾਸਟ ਜਿਹੜੀ ਚੀਜ਼ ਆ ਉਹ ਨਿਊਟ੍ਰੀਸ਼ਨ ਸਮਝਣ ਦੀ ਕੋਸ਼ਿਸ਼ ਕਰਦੇ ਕਿ ਪੋਸ਼ਣ ਕੀ ਆ, ਵਾਟ ਇਜ਼ ਦਾ ਪੋਸ਼ਣ। ਤਾਂ ਪੋਸ਼ਣ ਕੀ ਆ ਕਿ ਉਹ ਵੱਖ-ਵੱਖ ਜੀਵਨ ਦੀਆਂ ਪ੍ਰਕਿਰਿਆਵਾਂ ਜਿਵੇਂ ਕਿ ਵਿਕਾਸ, ਭਰਪਾਈ ਬਣਾਈ ਰੱਖਣ ਵਾਸਤੇ ਲੈ ਕੇ ਪੋਸ਼ਕ ਤੱਤ। ਤਾਂ ਅਸੀਂ ਕੀ ਵੇਖਿਆ ਕਿ ਜਿਹੜਾ ਅਸੀਂ ਪੋਸ਼ਕ ਤੱਤ ਪਿੱਛੇ ਸਮਝਿਆ, ਪੋਸ਼ਕ ਤੱਤ ਉਹ ਰਸਾਇਣਿਕ ਪਦਾਰਥ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ એનર્ਜੀ ਪੈਦਾ ਕਰਦੇ ਨੇ, ਸਾਡੇ ਸਰੀਰ ਨੂੰ ਕਿਸੇ ਕੰਮ ਕਰਨ ਦੀ ਯੋਗਤਾ ਜਿਹੜੀ ਆ ਉਹ ਪ੍ਰਦਾਨ ਕਰਦੇ ਨੇ, ਕੋਈ ਕੰਮ ਕਰ ਸਕੀਏ ਅਸੀਂ, ਸਾਡੇ ਸਰੀਰ ਨੂੰ ਸਿਹਤਮੰਦ ਰੱਖਦੇ। ਉਹਨੂੰ ਅਸੀਂ ਉਹ ਜਿਹੜੇ ਉਹਨਾਂ ਚੀਜ਼ਾਂ ਲਈ ਜਿਹੜੇ ਅਸੀਂ ਕੋਈ ਵੀ ਪ੍ਰੋਡਕਟ ਲੈਂਦੇ ਆ, ਕੋਈ ਤੱਤ ਲੈਂਦੇ ਆ, ਕੋਈ ਕੰਪੋਨੈਂਟ ਵਰਤਦੇ, ਉਹਨੂੰ ਅਸੀਂ ਪੋਸ਼ਕ ਤੱਤ ਕਹਿ ਦਿੰਦੇ। ਤੇ ਪੋਸ਼ਕ ਤੱਤ ਜਿਹੜਾ ਪੋਸ਼ਣ ਆ ਉਹ ਇਹ ਹੈਗਾ ਕਿ ਸਾਡੇ ਸਰੀਰ ਦੇ ਵਿਕਾਸ ਨੂੰ ਬਣਾਈ ਰੱਖਣ ਵਾਸਤੇ, ਸਾਡੇ ਸਰੀਰ ਦੇ ਵਿਕਾਸ ਦਾ ਬੈਲੈਂਸ ਬਣਾਈ ਰੱਖਣ ਵਾਸਤੇ ਜਿਹੜੇ ਅਸੀਂ ਪੋਸ਼ਕ ਤੱਤ ਲਵਾਂਗੇ ਉਹਨੂੰ ਅਸੀਂ ਪੋਸ਼ਣ ਕਵਾਂਗੇ। ਤਾਂ ਇਹਦੇ ਵਿੱਚ ਮੇਰੇ ਪਿਆਰੇ ਵਿਦਿਆਰਥੀਓ ਅਸੀਂ ਤਿੰਨਾਂ ਚੀਜ਼ਾਂ ਦੀ ਡੈਫੀਨੇਸ਼ਨ ਸਮਝੀ। ਸਭ ਤੋਂ ਪਹਿਲਾਂ ਅਸੀਂ ਜਿਹੜੀ ਡੈਫੀਨੇਸ਼ਨ ਸਮਝੀ ਉਹ ਸਿਹਤ ਦੀ ਸਮਝੀ ਕਿ ਸਿਹਤ ਵਿੱਚ ਕੀ ਅਸੀਂ ਸਮਝਿਆ ਕਿ ਸਿਹਤ ਉਹ ਚੀਜ਼ ਆ ਜਿਹਦੇ ਵਿੱਚ ਸਾਡਾ ਸਰੀਰਕ, ਸਾਡਾ ਮਾਨਸਿਕ ਤੇ ਸਾਡਾ ਸਮਾਜਿਕ ਵਿਕਾਸ ਹੁੰਦਾ ਹੈ, ਜਿਹਦੇ ਵਿੱਚ ਸਾਡੇ ਤਿੰਨੇ ਚੀਜ਼ਾਂ ਪੂਰਨ ਤੌਰ ਤੇ ਡਿਵੈਲਪਡ ਹੋਣ ਤਾਂ ਉਹਨੂੰ ਸਾਡੀ ਅਸੀਂ ਚੰਗੀ ਸਿਹਤ ਕਹਿ ਸਕਦੇ ਹਾਂ। ਇਹਦਾ ਮੀਨਿੰਗ ਇਹ ਨਹੀਂ ਕਿ ਸਾਡਾ ਸਰੀਰ ਸਹੀ ਹੋਵੇ, ਮੈਂਟਲੀ ਅਸੀਂ ਠੀਕ ਹੀ ਨਾ ਹੋਈਏ ਤਾਂ ਉਹਨੂੰ ਤੁਸੀਂ ਸਿਹਤ ਕਹੋਗੇ, ਨਹੀਂ ਕਹੋਗੇ। ਇਸੇ ਤਰੀਕੇ ਨਾਲ ਜੇ ਅਸੀਂ ਗੱਲ ਕਰੀਏ ਕਿ ਅਸੀਂ ਸਮਾਜਿਕ ਤੌਰ ਤੇ ਤਾਂ ਇੰਨੇ ਬੁਰੇ ਹੋਈਏ, ਅਸੀਂ ਮੈਂਟਲੀ ਤੇ ਸਰੀਰਕ ਤੌਰ ਤੇ ਚੰਗੇ ਹੋਈਏ, ਉਹਨੂੰ ਅਸੀਂ ਸਿਹਤ ਨਹੀਂ ਕਹਾਂਗੇ। ਉਹ ਸਾਰੀਆਂ ਚੀਜ਼ਾਂ ਇਨਕਲੂਡਡ ਹੋਣੀਆਂ ਚਾਹੀਦੀਆਂ ਨੇ। ਸਾਡੇ ਕੁਆਲਿਟੇਟਿਵ ਜਿਹੜੇ ਗੁਣ ਨੇ ਉਹ ਸਾਡੇ ਵਿੱਚ ਹੋਣੇ ਚਾਹੀਦੇ ਨੇ, ਤਾਂ ਹੀ ਅਸੀਂ ਸਿਹਤਮੰਦ ਬਣਾਂਗੇ। ਤੇ ਨਿਊਟ੍ਰੀਸ਼ਨ ਜਿਹੜੀ ਹੁੰਦੀ ਆ, ਪੋਸ਼ਣ ਹੁੰਦਾ ਹੈ, ਪੋਸ਼ਣ ਦੇ ਵਿੱਚ ਇਹ ਆ ਕਿ ਸਾਡੇ ਸਰੀਰ ਦੇ ਸਰੀਰ ਨੂੰ ਮੇਨਟੇਨ ਰੱਖਣ ਵਾਸਤੇ, ਇਹਨੂੰ ਡਿਵੈਲਪਮੈਂਟ ਬਣਾਉਣ ਵਾਸਤੇ ਜਾਂ ਇਹਦੇ ਵਾਧੇ ਵਾਸਤੇ ਜਿਹੜੇ ਨਿਊਟ੍ਰੀਐਂਟ ਅਸੀਂ ਵਰਤਦੇ ਆ, ਕਿਹੜੇ ਪੋਸ਼ਕ ਤੱਤ ਅਸੀਂ ਵਰਤਦੇ ਆ, ਉਹਨੂੰ ਅਸੀਂ ਪੋਸ਼ਣ ਕਹਿੰਦੇ ਆ। ਤੇ ਜਿਹੜਾ ਅਸੀਂ ਪੋਸ਼ਕ ਤੱਤ ਦੀ ਗੱਲ ਕੀਤੀ ਤੇ ਪੋਸ਼ਕ ਤੱਤ ਉਹ ਹੁੰਦੇ ਨੇ ਜਿਹੜੇ ਕੀ ਆ ਕਿ ਜਿਨ੍ਹਾਂ ਦੇ ਨਾਲ ਉਹ ਜਿਨ੍ਹਾਂ ਦੀ ਵਰਤੋਂ ਕਰਕੇ ਜਾਂ ਉਹ ਰਸਾਇਣਿਕ ਪਦਾਰਥ ਜਿਨ੍ਹਾਂ ਦੀ ਵਰਤੋਂ ਕਰਕੇ ਸਾਡਾ ਕਿਰਿਆਤਮਕ ਪ੍ਰੋਪਰਲੀ ਫੰਕਸ਼ਨ ਸਾਡਾ ਸਰੀਰ ਕਰ ਸਕੇ, ਕੰਮ ਕਰ ਸਕੇ, ਸਾਡਾ ਸਰੀਰ ਚੱਲ ਫਿਰ ਸਕੇ, ਤਾਂ ਸਾਡਾ ਸਰੀਰ ਵਰਕ ਕਰ ਸਕੇ, ਸਟਰੋਂਗ ਰਹਿ ਸਕੇ ਜਾਂ ਸਿਹਤਮੰਦ ਰਹਿ ਸਕੇ। ਤਾਂ ਉਹਨਾਂ ਲਈ ਜਿਹੜੇ ਅਸੀਂ ਤੱਤ ਵਰਤਦੇ ਆ, ਜਿਵੇਂ ਕਿ ਅਸੀਂ ਪ੍ਰੋਟੀਨ ਵਰਤਦੇ ਆ, ਚਰਬੀ ਵਰਤਦੇ ਆ, ਕਾਰਬੋਹਾਈਡਰੇਟਸ ਵਰਤਦੇ ਆ, ਤੇਲ ਵਰਤਦੇ ਆ, ਇਹ ਸਾਰੀਆਂ ਚੀਜ਼ਾਂ ਕੀ ਨੇ, ਇਹ ਸਾਰੇ ਪੋਸ਼ਕ ਤੱਤ ਨੇ। ਤੇ ਚਰਬੀ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਤੇਲ ਇਹ ਸਾਡੀ ਸਰੀਰ ਨੂੰ ਕੀ ਕਰਦੇ ਨੇ, ਸਾਡੇ ਸਰੀਰ ਦੇ ਵਿੱਚ ਊਰਜਾ ਪੈਦਾ ਕਰਦੇ ਨੇ, ਸਾਡੇ ਸਰੀਰ ਦੇ ਸਟਰਕਚਰ ਨੂੰ ਸਟਰੋਂਗ ਕਰਦੇ ਨੇ, ਸਾਨੂੰ ਕੰਮ ਕਰਨ ਦੀ ਸਮਰੱਥਾ ਸਾਡੇ ਅੰਦਰ ਪੈਦਾ ਕਰਦੇ ਨੇ ਤੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ। ਤਾਂ ਉਹ ਜਿਹੜੇ ਤੱਤ, ਸਾਰੇ ਤੱਤ ਜਿਹੜੇ ਸਾਡੇ ਸਰੀਰ ਨੂੰ ਕੀ ਕਰਨ, ਊਰਜਾ ਪੈਦਾ ਕਰਨ, ਜਾਂ ਉਹ ਸਾਰੇ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ,
ਸਾਡੇ ਸਰੀਰ ਨੂੰ ਕੰਮ ਕਰਨ ਦੀ ਸ਼ਕਤੀ ਦੇਣ, ਤਾਂ ਉਹਨਾਂ ਨੂੰ ਅਸੀਂ ਪੋਸ਼ਕ ਤੱਤ ਕਹਿੰਦੇ ਆ। ਉਦਾਹਰਨ ਦੇ ਤੌਰ ਤੇ ਪੋਸ਼ਕ ਤੱਤ ਕਿਹੜੇ ਕਿਹੜੇ ਹੁੰਦੇ ਆ? ਜਿਵੇਂ ਕਿ ਪ੍ਰੋਟੀਨ ਹੋ ਗਈ, ਜਿਵੇਂ ਕਿ ਚਰਬੀ ਹੋ ਗਈ, ਜਿਵੇਂ ਕਿ ਕਾਰਬੋਹਾਈਡਰੇਟ ਹੋ ਗਿਆ, ਜਿਵੇਂ ਕਿ ਤੇਲ ਹੋ ਗਿਆ। ਤੇ ਅੱਗੇ ਜਾ ਕੇ ਜਦੋਂ ਅਸੀਂ ਇਹਨਾਂ ਦੇ ਟਾਈਪਸ ਪੜ੍ਹਦੇ ਆ, ਤਾਂ ਜਦੋਂ ਅਸੀਂ ਇਹ ਨਿਊਟ੍ਰੀਸ਼ਨ ਦੇ ਜਾਂ ਇਹਨਾਂ ਨੂੰ ਅਸੀਂ ਫੂਡ ਵੀ ਕਹਿ ਸਕਦੇ ਆ, ਤਾਂ ਜਦੋਂ ਅਸੀਂ ਇੱਥੇ ਜਾ ਕੇ ਪੋਸ਼ਣ ਤੱਤ ਦੇ, ਤਾਂ ਇਹਦੇ ਵਿੱਚ ਅਸੀਂ ਪੋਸ਼ਣ ਤੱਤ ਦੇ ਟਾਈਪਸ ਪੜ੍ਹਦੇ ਆ। ਤੇ ਜਿਹੜੀ ਇਹ ਕਲਾਸੀਫਿਕੇਸ਼ਨ ਆ, ਅਸੀਂ ਪਿੱਛੇ ਵੀ ਇਹਦੀ ਅਸੀਂ ਗੱਲ ਕਰੀਏ, ਤਾਂ ਜਿਹੜੀ ਇਹ ਕਲਾਸੀਫਿਕੇਸ਼ਨ ਅਸੀਂ ਕਰਦੇ ਆ, ਤਾਂ ਪੋਸ਼ਕ ਤੱਤਾਂ ਦੀ ਜਿਹੜੀ ਇਹ ਅਸੀਂ ਕੰਮ ਦੇ ਆਧਾਰ ਤੇ ਪੋਸ਼ਕ ਤੱਤਾਂ ਨੂੰ 3 ਭਾਗਾਂ ਵਿੱਚ ਵੰਡ ਦਿੰਦੇ ਆ। ਫੂਡ ਕੈਨ ਬੀ ਕਲਾਸੀਫਾਈਡ ਇਨਟੂ 3 ਕੈਟਾਗਰੀ ਬੇਸਡ ਔਨ ਦਾ ਫੰਕਸ਼ਨ। ਤਾਂ ਜਿਹੜੇ ਇਹ ਕਿਸ ਤਰ੍ਹਾਂ ਕੰਮ ਕਰਦੇ ਨੇ, ਜਿਹੜੇ ਨਿਊਟ੍ਰੀਐਂਟ ਹੁੰਦੇ ਨੇ ਜਾਂ ਇਹ ਜਿਹੜੇ ਪੋਸ਼ਕ ਤੱਤ ਹੁੰਦੇ ਨੇ, ਤਾਂ ਪੋਸ਼ਕ ਤੱਤ ਨੂੰ ਕੰਮ ਦੇ ਆਧਾਰ ਤੇ ਕਿ ਇਹਨਾਂ ਦੇ ਕੰਮ ਕਿਵੇਂ ਦੇ ਨੇ, ਕੰਮ ਦੇ ਆਧਾਰ ਤੇ ਅਸੀਂ ਇਹਨੂੰ 3 ਭਾਗਾਂ ਵਿੱਚ ਵੰਡਦੇ ਨੇ। ਤਾਂ 3 ਭਾਗ ਕਿਹੜੇ ਨੇ ਮੇਰੇ ਪਿਆਰੇ ਵਿਦਿਆਰਥੀਓ? ਤਾਂ ਇਹਨਾਂ ਨੂੰ 3 ਭਾਗ ਅਸੀਂ ਐ ਵੰਡਦੇ ਆ, ਜਿਵੇਂ ਜਿਹੜਾ એનર્ਜੀ ਪ੍ਰੋਵਾਈਡ ਫੂਡ ਜਿਹੜੇ ਹੋ ਗਏ, ਊਰਜਾ ਦੇਣ ਵਾਲੇ ਫੂਡ ਹੋ ਗਏ, ਕਿ ਉਹ ਜਿਹੜੇ ਪੋਸ਼ਕ ਤੱਤ ਜਿਹੜੇ ਸਾਡੇ ਸਰੀਰ ਨੂੰ ਊਰਜਾ ਦਿੰਦੇ ਆ, એનર્ਜੀ ਦਿੰਦੇ ਆ, ਜਿਹੜੇ ਸਾਡੇ ਸਰੀਰ ਨੂੰ એનર્ਜੀ ਪੈਦਾ ਕਰਦੇ ਆ, ਸਾਡੇ ਸਰੀਰ ਦੇ ਵਿੱਚ ਊਰਜਾ ਦਿੰਦੇ ਆ, ਉਹਨਾਂ ਨੂੰ ਅਸੀਂ ਜਿਹੜੇ ਹੈਗੇ ਨੇ ਇੱਕ ਤਾਂ ਉਸ ਭਾਗ ਦੇ ਵਿੱਚ ਵੰਡ ਦਿੰਦੇ ਆ। ਅਸੀਂ ਕੰਮ ਦੇ ਆਧਾਰ ਤੇ ਤੁਹਾਡੇ ਤੋਂ ਪੇਪਰ ਦੇ ਵਿੱਚ ਕੁਐਸਚਨ ਆ ਜਾਵੇ, ਕੁਐਸਚਨ ਪੇਪਰ ਦੇ ਵਿੱਚ ਕੀ ਆਵੇ ਕਿ ਪੋਸ਼ਕ ਤੱਤਾਂ ਨੂੰ ਤੁਸੀਂ ਕੰਮ ਦੇ ਆਧਾਰ ਤੇ, ਕਿਹਦੇ ਆਧਾਰ ਤੇ? ਕੰਮ ਦੇ ਆਧਾਰ ਤੇ, ਵਰਕ ਦੇ ਆਧਾਰ ਦੇ ਉੱਤੇ ਕਿੰਨੇ ਭਾਗਾਂ ਵਿੱਚ ਵੰਡੋਗੇ? ਉਹ ਤੁਸੀਂ 3 ਭਾਗਾਂ ਦੇ ਵਿੱਚ ਵੰਡੋਗੇ। ਪਹਿਲਾ ਭਾਗ ਹੈਗਾ એનર્ਜੀ ਪ੍ਰੋਵਾਈਡ ਕਰਨ ਵਾਲੇ ਫੂਡ ਜਾਂ ਨਿਊਟ੍ਰੀਐਂਟ, ਤਾਂ ਜਾਂ ਅਸੀਂ ਪੋਸ਼ਕ ਤੱਤ, ਊਰਜਾ ਦੇਣ ਵਾਲੇ ਪੋਸ਼ਕ ਤੱਤ। ਦੂਜਾ ਇਹਦਾ ਬੋਡੀ ਬਿਲਡਿੰਗ ਜਿਹੜੀ ਹੈਗੀ ਆ, ਉਹ ਬੋਡੀ ਬਿਲਡਿੰਗ ਵਾਲੇ ਫੂਡਸ, ਜਾਂ ਅਸੀਂ ਪੰਜਾਬੀ 'ਚ ਕਹੀਏ ਜਿਹੜੇ ਸਾਡੇ ਸਰੀਰ ਦੀ ਸਿਰਜਣਾ ਕਰਨ, ਸਾਡੇ ਸਰੀਰ ਦੇ ਸਟਰਕਚਰ ਨੂੰ ਤਿਆਰ ਕਰਨ, ਸਾਡੇ ਸਰੀਰ ਦੇ ਢਾਂਚੇ ਨੂੰ ਸਟਰੋਂਗ ਕਰਨ। ਤਾਂ ਜਿਹੜਾ ਸਾਡੀ ਬੋਡੀ ਨੂੰ ਬਿਲਡ ਕਰਦਾ ਹੈ, ਉਹ ਜਿਹੜੇ ਪੋਸ਼ਕ ਤੱਤ ਕਿਹੜੇ ਨੇ? ਤੇ ਤੀਜੇ ਵਿੱਚ ਪ੍ਰੋਟੈਕਸ਼ਨ, ਸੁਰੱਖਿਆ, ਜਿਹੜਾ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ, ਸਾਡੇ ਸਰੀਰ ਨੂੰ, ਸਾਡੇ ਸਰੀਰ ਦੀ ਸੁਰੱਖਿਆ ਕਰਦਾ ਹੈ। ਤਾਂ ਇਸੇ ਤਰ੍ਹਾਂ ਅਸੀਂ ਪੋਸ਼ਕ ਤੱਤ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ 3 ਭਾਗਾਂ ਵਿੱਚ ਵੰਡਦੇ ਆ। ਉਹ 3 ਭਾਗ ਕਿਹੜੇ ਨੇ ਮੇਰੇ ਪਿਆਰੇ ਵਿਦਿਆਰਥੀਓ? ਤਾਂ ਪਹਿਲਾ ਭਾਗ ਜਿਹੜਾ ਕੀ ਆ, ਸਾਨੂੰ એનર્ਜੀ ਦਿੰਦਾ ਹੈ, ਊਰਜਾ ਦਿੰਦਾ ਹੈ। ਦੂਜਾ ਭਾਗ ਮੇਰੇ ਪਿਆਰੇ ਵਿਦਿਆਰਥੀਓ ਜਿਹੜੀ ਸਾਡੀ ਬੋਡੀ ਨੂੰ ਬਿਲਡ ਕਰਦਾ ਹੈ, ਸਰੀਰਕ ਸਿਰਜਣਾ ਬਣਾ ਕੇ ਰੱਖਦਾ ਹੈ। ਤੀਜਾ ਜਿਹੜਾ ਹੈਗਾ ਹੈ ਪ੍ਰੋਟੈਕਸ਼ਨ ਫੂਡ, ਜਿਹੜੀ ਸੁਰੱਖਿਆ ਸਾਨੂੰ ਦਿੰਦਾ ਹੈ, ਸਾਡੀ ਸੁਰੱਖਿਆ ਬਣਾਉਣ ਵਾਲੇ ਭੋਜਨ, ਜਿਹੜੇ ਸੁਰੱਖਿਆ ਸਾਨੂੰ ਦੇਣ ਵਾਲੇ ਭੋਜਨ ਨੇ ਜਾਂ ਪੋਸ਼ਕ ਤੱਤ ਨੇ, ਕਿਉਂਕਿ ਪੋਸ਼ਕ ਤੱਤ ਇੱਕ ਸ਼ਬਦ ਉਹ ਰਸਾਇਣਿਕ ਨੇ, ਉਹਨਾਂ ਨੂੰ ਅਸੀਂ ਫੂਡ ਵੀ ਕਹਿ ਸਕਦੇ ਹਾਂ, ਇਹਦੇ ਵਿੱਚ ਕੋਈ ਨਿਰਾਏ ਨਹੀਂ। ਤਾਂ ਅੱਗੇ ਜਾ ਕੇ ਜਦੋਂ ਅਸੀਂ ਇਹ ਚੀਜ਼ ਨੂੰ ਪੜ੍ਹਦੇ ਹਾਂ, ਤਾਂ ਸਭ ਤੋਂ ਪਹਿਲਾਂ ਜਦੋਂ 3 ਟਾਈਪਸ ਦੇ ਵਿੱਚੋਂ ਪਹਿਲਾ ਟਾਈਪ ਅਸੀਂ ਕਿਹੜਾ ਪੜ੍ਹਿਆ ਸੀ? ਉਹ ਅਸੀਂ ਟਾਈਪ ਕਿਹੜਾ ਪੜ੍ਹਿਆ ਸੀ? ਉਹ ਪੜ੍ਹਿਆ ਸੀ એનર્ਜੀ ਪ੍ਰੋਵਾਈਡ ਫੂਡ। ਅਸੀਂ ਪੜ੍ਹਿਆ ਕਿ ਊਰਜਾ ਦੇਣ ਵਾਲੇ, ਸਭ ਤੋਂ ਪਹਿਲਾਂ ਅਸੀਂ ਕੀ ਪੜ੍ਹਿਆ? ਊਰਜਾ ਦੇਣ ਵਾਲੇ ਪੋਸ਼ਕ ਤੱਤ। ਅਸੀਂ ਪੋਸ਼ਕ ਤੱਤ, ਤਾਂ ਊਰਜਾ ਦੇਣ ਵਾਲੇ ਜਿਹੜੇ ਪੋਸ਼ਕ ਤੱਤ ਨੇ, ਤਾਂ ਊਰਜਾ ਦੇਣ ਵਾਲੇ ਪੋਸ਼ਕ ਤੱਤ ਕਿਹੜੇ ਨੇ? ਤਾਂ ਊਰਜਾ ਦੇਣ ਵਾਲੀ ਪੋਸ਼ਕ ਤੱਤ ਮੁੱਖ ਤੌਰ ਤੇ ਕਾਰਬੋਹਾਈਡਰੇਟ ਤੇ ਫੈਟ। ਜਿਹੜੀ ਕਾਰਬੋਹਾਈਡਰੇਟ ਤੇ ਫੈਟ ਹੈਗੀ ਆ, ਇਹ ਸਾਡੇ ਸਰੀਰ ਨੂੰ ਕੀ ਦਿੰਦੇ ਆ? ਇਹ ਸਾਡੇ ਸਰੀਰ ਨੂੰ ਊਰਜਾ ਦਿੰਦੇ। ਤਾਂ ਉਹ ਚਲੋ ਆਪਾਂ ਜ਼ਿਆਦਾ ਡੀਪਲੀ ਨਹੀਂ ਜਾਣਾ। ਕਾਰਬੋਹਾਈਡਰੇਟ ਊਰਜਾ ਦੇਣ ਦਾ ਪਹਿਲਾ ਰਿਸੋਰਸ ਆ, ਤੇ ਸੈਕੰਡਰੀ ਦੂਜਾ ਰਿਸੋਰਸ ਜਿਹੜਾ ਹੈਗਾ ਉਹ ਫੈਟ ਆ, ਕਿ ਜਦੋਂ ਸਾਡਾ ਜਿਹੜਾ ਸਰੀਰ ਆ, ਸਾਡੀ ਬੋਡੀ ਆ, ਤਾਂ ਇਹ ਊਰਜਾ ਪਹਿਲੇ ਤੌਰ ਤੇ ਜਿਹੜੀ ਪ੍ਰਾਪਤ ਕਰਦਾ ਉਹ ਕਾਰਬੋਹਾਈਡਰੇਟ ਤੋਂ ਕਰਦਾ ਹੈ, ਦੂਜੇ ਤੌਰ ਤੇ ਪ੍ਰਾਪਤ ਕਰਦਾ ਹੈ ਫੈਟ ਤੋਂ ਕਰਦਾ ਹੈ। ਤੇ ਇਹ ਜਿਹੜੇ ਖਾਸ ਕਰਕੇ ਅਸੀਂ ਗੱਲ ਕਰੀਏ ਕਿ ਸਾਨੂੰ ਊਰਜਾ ਜਾਂ ਕਾਰਬੋਹਾਈਡਰੇਟ ਜਾਂ ਫੈਟ ਜਿਹੜੀ ਹੈਗੀ ਆ, ਇਹ ਬਣਦੀ ਕਿੱਥੋਂ? ਤਾਂ ਇਹਦੇ ਵਾਸਤੇ ਸਾਨੂੰ ਕਿਹੜੇ ਫੂਡ ਲੈਣੇ ਪੈਣਗੇ? ਇਹ ਰਿਸੋਰਸ ਇਹਦੇ ਕੀ ਨੇ? ਤਾਂ ਇਹਦੇ ਰਿਸੋਰਸ ਨੇ ਸਭ ਤੋਂ ਪਹਿਲਾਂ ਤਾਂ ਅਨਾਜ, ਤੇ ਅਨਾਜ ਦੇ ਵਿੱਚ ਅਸੀਂ ਗੱਲ ਕਰੀਏ ਕਣਕ ਹੋ ਗਈ, ਤੇ ਦੂਜਾ ਕੀ ਹੋ ਗਿਆ? ਚੌਲ ਹੋ ਗਏ। ਤੇ ਦੂਜੀ ਗੱਲ ਅਸੀਂ ਕਰੀਏ ਸ਼ੂਗਰ ਦੀ, ਤੇ ਸ਼ੂਗਰ ਹੋ ਗਈ, ਜਾਂ ਕੋਈ ਫੈਟ ਵਾਲੀਆਂ ਚੀਜ਼ਾਂ ਜਿਹੜੀਆਂ ਅਸੀਂ ਉਹ ਖਾਂਦੇ ਆ, ਤਾਂ ਉਹਨਾਂ ਵਿੱਚ ਸਾਨੂੰ ਕੀ ਮਿਲਦਾ ਹੈ? ਉਹਦੇ ਵਿੱਚ ਸਾਨੂੰ ਕਾਰਬੋਹਾਈਡਰੇਟ ਤੇ ਫੈਟ ਮਿਲਦੀ ਆ, ਜਿਹੜੀ ਕੀ ਆ ਸਾਡੇ ਸਰੀਰ ਦੇ ਵਿੱਚ એનર્ਜੀ ਪੈਦਾ ਕਰਦੀ। ਤਾਂ ਹੁਣ ਮੇਰੇ ਪਿਆਰੇ ਵਿਦਿਆਰਥੀਓ, ਇਹਦੇ ਵਿੱਚ ਕੁਐਸਚਨ ਕੀ ਨਿਕਲ ਕੇ ਆਇਆ? ਅਸੀਂ ਕੁਐਸਚਨ ਇਹ ਨਿਕਲ ਕੇ ਆਇਆ ਕਿ ਉਹ ਫੂਡ ਜਾਂ ਉਹ ਪੋਸ਼ਕ ਤੱਤ, ਕਿਹੜੇ ਪੋਸ਼ਕ ਤੱਤ ਜਿਹੜੇ ਸਾਡੇ ਸਰੀਰ ਨੂੰ ਕੀ ਦਿੰਦੇ ਨੇ? ਊਰਜਾ ਦਿੰਦੇ ਨੇ। ਤਾਂ ਸਾਡੇ ਸਰੀਰ ਨੂੰ ਊਰਜਾ ਜਿਹੜੇ ਦਿੰਦੇ ਨੇ, ਤਾਂ ਉਹ ਕਿਹੜੇ ਨਿਊਟ੍ਰੀਸ਼ਨ ਨੇ? ਉਹ ਪੋਸ਼ਕ ਤੱਤ ਕਿਹੜੇ ਨੇ? ਉਹ ਕਾਰਬੋਹਾਈਡਰੇਟ ਤੇ ਫੈਟ ਆ।
ਕਿਹੜੇ ਨੇ? ਕਾਰਬੋਹਾਈਡਰੇਟ ਤੇ ਫੈਟ। ਤੇ ਕਾਰਬੋਹਾਈਡਰੇਟ ਤੇ ਫੈਟ ਦੇ ਵਿੱਚ ਜੇ ਤੁਹਾਡੇ ਤੋਂ ਪੁੱਛ ਲੇ ਕਿ ਊਰਜਾ ਦੇਣ ਦਾ ਪਹਿਲਾ ਕੰਪੋਨੈਂਟ ਕਿਹੜਾ ਹੈ, ਉਹ ਕਾਰਬੋਹਾਈਡਰੇਟ ਆ, ਦੂਜਾ ਕਿਹੜਾ ਹੈ, ਉਹ ਫੈਟ ਆ। ਇਹ ਦੂਜੀ ਚੀਜ਼ ਹੋ ਗਈ। ਤੀਜੀ ਚੀਜ਼ ਸਾਨੂੰ ਕਾਰਬੋਹਾਈਡਰੇਟ ਤੇ ਫੈਟ ਮਿਲਦੀ ਕਿੱਥੋਂ ਆ? ਤਾਂ ਸਾਨੂੰ ਕਾਰਬੋਹਾਈਡਰੇਟ ਤੇ ਫੈਟ ਜਿਹੜੀ ਹੈਗੀ ਆ, ਇਹ ਸਾਨੂੰ ਅਨਾਜ ਵਾਲੀਆਂ ਚੀਜ਼ਾਂ ਜਿਵੇਂ ਕਿ ਕਣਕ, ਚੌਲ, ਮੱਕੀ, ਇਹਨਾਂ ਤੋਂ ਵਿੱਚੋਂ ਸਾਨੂੰ ਕੀ ਆ? ਕਾਰਬੋਹਾਈਡਰੇਟ ਤੇ ਫੈਟ ਮਿਲਦੀ ਆ। ਜਾਂ ਸਾਨੂੰ ਸ਼ੂਗਰ ਦੇ ਵਿੱਚੋਂ ਜਿਹੜੀ ਆ ਉਹ ਕਾਰਬੋਹਾਈਡਰੇਟ ਮਿਲਦੀ ਆ। ਤਾਂ ਇਸੇ ਕਰਕੇ ਜਦੋਂ ਅਸੀਂ ਕੋਈ ਸ਼ੂਗਰ ਵਾਲੀ ਚੀਜ਼ ਖਾਂਦੇ ਆ ਤਾਂ ਸਾਨੂੰ ਇਮੀਡੀਏਟ એનર્ਜੀ ਆ ਜਿਹੜੀ ਉਹ ਸਾਡੇ ਸਰੀਰ ਦੇ ਵਿੱਚ ਆ ਜਾਂਦੀ ਆ। ਤਾਂ ਇਸੇ ਕਰਕੇ ਅਸੀਂ ਪਹਿਲਾ ਕੰਪੋਨੈਂਟ ਜਿਹੜਾ ਪਹਿਲਾ ਟਾਈਪ ਆ ਕੰਮ ਦੇ ਆਧਾਰ ਤੇ, ਫੰਕਸ਼ਨਿੰਗ ਦੇ ਆਧਾਰ ਤੇ ਜਿਹੜਾ ਪਹਿਲਾ ਅਸੀਂ ਪੋਸ਼ਕ ਤੱਤ ਪੜਿਆ ਜਿਹੜਾ ਸਾਨੂੰ એનર્ਜੀ ਪ੍ਰੋਵਾਈਡ ਕਰਦਾ ਹੈ, ਉਹਨੂੰ ਅਸੀਂ ਚੰਗੀ ਤਰ੍ਹਾਂ ਸਮਝਿਆ। ਅੱਗੇ ਜਾ ਕੇ ਅਸੀਂ ਕਾਰਬੋਹਾਈਡਰੇਟ ਤੇ ਫੈਟ ਨੂੰ ਹੋਰ ਚੰਗੀ ਤਰ੍ਹਾਂ ਸਮਝਾਂਗੇ ਕਿ ਕਾਰਬੋਹਾਈਡਰੇਟ ਦੇ ਸਰੀਰ ਦੇ ਵਿੱਚ ਕੀ ਫਾਇਦੇ ਨੇ, ਇਹਦੀ ਕਮੀ ਦੇ ਨਾਲ ਕੀ ਨੁਕਸਾਨ ਆਉਂਦੇ ਆ ਸਾਨੂੰ, ਤੇ ਇਹਦੇ ਪ੍ਰੋਪਰਲੀ ਜਿਹੜੀ ਹੈਗੀ ਆ ਉਹ ਅਗਲੀ ਵੀਡੀਓ ਵਿੱਚ ਸਮਝਾਂਗੇ ਕਿ ਪ੍ਰੋਪਰਲੀ ਜਿਹੜੇ ਕੰਪੋਨੈਂਟ ਨੇ ਇਹਦੇ ਲਈ ਜਾਂ ਪ੍ਰੋਪਰਲੀ ਰਿਸੋਰਸ ਨੇ ਜਿਹੜੇ ਅਸੀਂ ਇਹਦੇ ਲਈ ਕਿਹੜੇ ਵਰਤਦੇ ਆ। ਵੈਸੇ ਤਾਂ ਮੈਂ ਇੱਥੇ ਦੱਸਦਾ ਸਾਰਾ ਕੁਝ ਕਿ ਜਿਹੜੀ ਇਹਨਾਂ ਵਾਸਤੇ ਸਾਨੂੰ ਰਿਸੋਰਸ ਕਿਹੜੀ ਲੋੜ ਹੋਊਗੀ। ਕਈ ਵਾਰੀ ਕੁਐਸਚਨ ਇੱਥੋਂ ਵੀ ਇੰਟਰਲਿੰਕ ਕਰ ਦੇਣਗੇ। ਉਹ ਕੀ ਇੰਟਰਲਿੰਕ ਕਰ ਦੇਣਗੇ ਕਿ ਸਾਨੂੰ એનર્ਜੀ ਪ੍ਰੋਵਾਈਡ ਕਰਨ ਵਾਲੇ ਭੋਜਨ ਕਿਹੜੇ ਨੇ। ਤਾਂ ਉਹਦੇ ਵਿੱਚ ਅਨਾਜ ਮੰਨ ਕੇ ਚੱਲੋ, ਤੁਸੀਂ ਸ਼ੂਗਰ ਮੰਨ ਕੇ ਚੱਲੋ, ਜਾਂ ਇੱਥੋਂ ਕੁਐਸਚਨ ਐ ਇੰਟਰਲਿੰਕ ਕਰ ਦੇਣਗੇ ਕਿ ਕਾਰਬੋਹਾਈਡਰੇਟ ਤੇ ਫੈਟ ਸਾਨੂੰ ਕਿਹੜੇ ਰਸਾਇਣਿਕ ਪਦਾਰਥਾਂ ਦੇ ਵਿੱਚੋਂ ਜਾਂ ਕਿਹੜੇ ਸਾਨੂੰ ਪੋਸ਼ਕ ਤੱਤਾਂ ਦੇ ਵਿੱਚੋਂ ਮਿਲਦੀ ਆ। ਤਾਂ ਉਹ ਸਾਨੂੰ ਸ਼ੂਗਰ ਦੇ ਵਿੱਚੋਂ ਮਿਲਦੀ ਆ, ਅਨਾਜ ਦੇ ਵਿੱਚੋਂ ਮਿਲਦੀ ਆ। ਇਸੇ ਤਰੀਕੇ ਨਾਲ ਇੰਟਰਲਿੰਕ ਕਰਕੇ ਕੁਐਸਚਨ ਜਿਹੜੇ ਨੇ ਉਹ ਬਣਾਏ ਜਾ ਸਕਦੇ ਨੇ। ਸਾਰੇ ਕੁਐਸਚਨਾਂ ਦੇ ਉੱਤੇ ਤੁਸੀਂ ਧਿਆਨ ਦੇਣਾ। ਤੇ ਦੂਜਾ ਅਸੀਂ ਹੁਣ ਪੜ੍ਹਨ ਲੱਗੇ ਆ ਕਿ ਹੁਣ ਦੂਜਾ ਪੋਸ਼ਕ ਤੱਤ ਕਿਹੜਾ ਹੈ। ਤਾਂ ਪਹਿਲਾਂ ਅਸੀਂ ਪੋਸ਼ਕ ਤੱਤ ਉੱਤੇ ਪੜ੍ਹ ਕੇ ਆਏ। ਜਦੋਂ ਅਸੀਂ ਕੰਮ ਦੇ ਆਧਾਰ ਤੇ ਪੋਸ਼ਕ ਤੱਤਾਂ ਨੂੰ ਅਸੀਂ 3 ਭਾਗਾਂ ਵਿੱਚ ਵੰਡਿਆ ਸੀ। ਤਾਂ ਦੂਜਾ ਪੋਸ਼ਕ ਤੱਤ ਜਿਹੜਾ ਹੋ ਗਿਆ ਉਹ ਬੋਡੀ ਬਿਲਡਿੰਗ ਦਾ ਹੋ ਗਿਆ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ? ਸਰੀਰਕ ਸਿਰਜਣਾ। ਜਿਹੜਾ ਸਾਡੇ ਸਰੀਰ ਦੀ ਸਿਰਜਣਾ ਕਰੇ, ਸਾਡੇ ਸਰੀਰ ਦੇ ਸਟਰਕਚਰ ਨੂੰ ਬਣਾਵੇ, ਸਾਡੇ ਸਰੀਰ ਦੇ ਇੱਕ ਢਾਂਚੇ ਨੂੰ ਬਿਲਡ ਕਰੇ। ਤਾਂ ਸਾਡੇ ਸਰੀਰ ਨੂੰ, ਸਾਡੀ ਬੋਡੀ ਨੂੰ ਜਿਹੜੇ ਬਿਲਡ ਕਰਦੇ ਆ, ਤਾਂ ਜਿਹੜੀ ਸਾਡੀ ਬੋਡੀ ਨੂੰ ਬਿਲਡ ਕਰਦੀ ਆ ਉਹ ਕਿਹੜੇ ਪੋਸ਼ਕ ਤੱਤ ਕਰਦੇ? ਉਹ ਪ੍ਰੋਟੀਨ ਕਰਦੀ ਆ। ਤਾਂ ਉਹ ਕਿਹੜੀ ਕਰਦੀ ਆ? ਉਹ ਪ੍ਰੋਟੀਨ ਕਰਦੀ ਆ। ਤੇ ਪ੍ਰੋਟੀਨ ਸਾਨੂੰ ਜਿਹੜੀ ਮਿਲਦੀ ਆ ਉਹ ਮਿਲਕ ਤੋਂ ਮਿਲਦੀ ਆ, ਐਗ ਤੋਂ ਮਿਲਦੀ ਆ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਮੀਟ ਤੋਂ ਮਿਲਦੀ ਆ। ਤਾਂ ਇਹ ਜਿਹੜੇ ਹੈਗੇ ਨੇ ਸਾਡੀ ਜਦੋਂ ਅਸੀਂ ਬੋਡੀ ਨੂੰ ਬਣਾਉਣਾ ਹੈ, ਅਸੀਂ ਢਾਂਚੇ ਨੂੰ ਬਣਾਉਣਾ ਹੈ, ਬੋਡੀ ਆਦੇ ਮਸਲ ਬਣਾਉਣੇ ਆ, ਆਪਣਾ ਸਰੀਰ ਦਾ ਸਟਰਕਚਰ ਢਾਂਚਾ ਬਣਾਉਣਾ ਹੈ। ਤੁਸੀਂ ਵੇਖੋਗੇ ਕਿ ਜਦੋਂ ਵੀ ਤੁਸੀਂ ਆਪਦੇ ਸਰੀਰ ਦੇ ਸਟਰਕਚਰ ਨੂੰ ਬਣਾਉਂਦੇ ਹੋ, ਆਪਦੇ ਸਰੀਰ ਦੇ ਡੋਲੇ ਬਣਾਉਂਦੇ ਹੋ, ਮਸਲ ਬਣਾਉਂਦੇ ਹੋ, ਤਾਂ ਉਸ ਸਮੇਂ ਤੁਸੀਂ ਜ਼ਿਆਦਾਤਰ ਮੀਟ, ਆਂਡਾ ਜਾਂ ਦੁੱਧ ਦਾ ਪ੍ਰਯੋਗ ਕਰਦੇ ਹੋ। ਤਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਸਾਨੂੰ ਪ੍ਰੋਟੈਕਸ਼ਨ ਕੀ ਹੁੰਦੀ ਹੈ, ਇਹਦੇ ਵਿੱਚੋਂ ਜਿਹੜੀ ਮੈਨੂਫੈਕਚਰਿੰਗ ਕੀ ਹੁੰਦਾ ਹੈ, ਤਾਂ ਇਹਨਾਂ ਵਿੱਚੋਂ ਸਾਰੀਆਂ ਚੀਜ਼ਾਂ ਵਿੱਚੋਂ ਪ੍ਰੋਟੀਨ ਬਣਦਾ ਹੈ। ਤਾਂ ਪ੍ਰੋਟੀਨ ਕੀ ਕਰਦਾ ਹੈ? ਪ੍ਰੋਟੀਨ ਸਾਡੀ ਬੋਡੀ ਨੂੰ, ਸਰੀਰਕ ਸਿਰਜਣਾ ਨੂੰ ਤਿਆਰ ਕਰਦਾ ਹੈ, ਬੋਡੀ ਦੇ ਸਟਰਕਚਰ ਨੂੰ ਬਣਾਉਂਦਾ ਹੈ। ਤਾਂ ਇਸ ਕਰਕੇ ਜਿਹੜਾ ਇਹ ਸਾਡਾ ਦੂਜਾ ਜਿਹੜਾ ਭਾਗ ਆ ਜਾਂ ਦੂਜੀ ਟਾਈਪ ਆ ਸਾਡੀ ਕੰਮ ਦੇ ਆਧਾਰ ਦੇ ਵਿੱਚ ਭੋਜਨ ਦੀ ਜਾਂ ਪੋਸ਼ਕ ਤੱਤਾਂ ਦੀ। ਤਾਂ ਇਸ ਤੋਂ ਬਾਅਦ ਜਦੋਂ ਅਸੀਂ ਤੀਜੀ ਗੱਲ ਦੇ ਉੱਤੇ ਗੱਲ ਕਰਦੇ ਹਾਂ ਤਾਂ ਤੀਜਾ ਆ ਜਾਂਦਾ ਹੈ ਪ੍ਰੋਟੈਕਸ਼ਨ ਫੂਡ। ਤਾਂ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੀਜਾ ਪੋਸ਼ਕ ਤੱਤ, ਹੁਣ ਕਿੰਨਵਾਂ ਅਸੀਂ ਪੋਸ਼ਕ ਤੱਤ ਪੜ੍ਹ ਰਹੇ ਹਾਂ? ਪੋਸ਼ਕ ਤੱਤ ਤੀਜਾ ਪੜ੍ਹ ਰਹੇ ਹਾਂ। ਤੇ ਤੀਜੇ ਪੋਸ਼ਕ ਤੱਤ ਦੇ ਵਿੱਚ ਅਸੀਂ ਗੱਲ ਕਰੀਏ, ਇਹ ਕੀ ਦਿੰਦਾ ਹੈ? ਸਾਡੇ ਸਰੀਰ ਨੂੰ ਕੀ ਦਿੰਦਾ ਹੈ? ਸੁਰੱਖਿਆ ਦਿੰਦਾ ਹੈ। ਤਾਂ ਕਿਹਨਾਂ ਤੋਂ ਸੁਰੱਖਿਆ ਦਿੰਦਾ ਹੈ? ਬਿਮਾਰੀਆਂ ਤੋਂ ਸੁਰੱਖਿਆ ਦਿੰਦਾ ਹੈ। ਤਾਂ ਬਿਮਾਰੀਆਂ ਤੋਂ ਸਾਨੂੰ ਕੀ ਰੱਖਦਾ ਹੈ? ਬਿਮਾਰੀਆਂ ਤੋਂ ਸਾਨੂੰ ਸੁਰੱਖਿਅਤ ਰੱਖਦਾ ਹੈ। ਤਾਂ ਇਹ ਸੁਰੱਖਿਅਤ ਰੱਖਣ ਦਾ ਜਿਹੜਾ ਨਿਊਟ੍ਰੀਟ ਆ, ਜਿਹੜਾ ਇਹਦਾ ਅਸੀਂ ਗੱਲ ਕਰੀਏ ਪੋਸ਼ਕ ਤੱਤ ਆ, ਤਾਂ ਪੋਸ਼ਕ ਤੱਤ ਕਿਹੜਾ ਹੈ? ਉਹ ਵਿਟਾਮਿਨ ਤੇ ਮਿਨਰਲ ਆ। ਤਾਂ ਮਿਨਰਲ ਤੇ ਵਿਟਾਮਿਨ ਜਿਹੜਾ ਹੈਗਾ ਹੈ ਇਹ ਸਾਨੂੰ ਕੀ ਕਰਦੇ ਨੇ? ਇਹ ਸਾਡੇ ਸਰੀਰ ਦੀ ਸੁਰੱਖਿਆ ਕਰਦੇ ਨੇ, ਬਿਮਾਰੀਆਂ ਤੋਂ ਸੁਰੱਖਿਆ ਕਰਦੇ ਨੇ। ਤੇ ਇਹ ਸਾਨੂੰ ਜ਼ਿਆਦਾਤਰ ਜਿਹੜਾ ਮਿਲਦਾ ਹੈ ਇਹ ਸਾਨੂੰ ਕਿਹਦੇ ਵਿੱਚੋਂ ਮਿਲਦਾ ਹੈ? ਇਹ ਸਾਨੂੰ ਫਰੂਟ ਦੇ ਵਿੱਚੋਂ ਮਿਲਦਾ ਹੈ, ਇਹ ਸਾਨੂੰ ਹਰੀਆਂ ਸਬਜ਼ੀਆਂ ਦੇ ਵਿੱਚੋਂ ਮਿਲਦਾ ਹੈ। ਕਿੱਥੋਂ ਮਿਲਦਾ ਹੈ? ਹਰੀਆਂ ਸਬਜ਼ੀਆਂ। ਤਾਂ ਇਹ ਸਾਨੂੰ ਕਿੱਥੋਂ ਮਿਲਦਾ ਹੈ? ਇਹ ਸਾਨੂੰ ਫਰੂਟ ਦੇ ਵਿੱਚੋਂ ਮਿਲਦਾ ਹੈ। ਤਾਂ ਕਿੱਥੋਂ ਮਿਲਦਾ ਹੈ? ਫਰੂਟ ਦੇ ਵਿੱਚੋਂ ਮਿਲਦਾ ਹੈ, ਹਰੀਆਂ ਸਬਜ਼ੀਆਂ ਦੇ ਵਿੱਚੋਂ ਮਿਲਦਾ ਹੈ, ਹਰੀਆਂ ਸਬਜ਼ੀਆਂ ਦੇ ਵਿੱਚੋਂ ਮਿਲਦਾ ਹੈ। ਜਿਵੇਂ ਕਿ ਅਮਰੂਦ ਹੋ ਗਿਆ, ਠੀਕ ਹੈ, ਉਸ ਤੋਂ ਬਾਅਦ ਜਿਵੇਂ ਕਿ ਸੰਤਰਾ ਹੋ ਗਿਆ। ਤਾਂ ਇਹਨਾਂ ਸਾਰੀਆਂ ਚੀਜ਼ਾਂ, ਇਹ ਸਾਰੇ ਕੀ ਨੇ? ਫਰੂਟ ਨੇ ਜਾਂ ਸਾਡੀਆਂ ਕੋਈ ਹਰੀਆਂ ਸਬਜ਼ੀਆਂ ਨੇ। ਤਾਂ ਹਰੀਆਂ ਸਬਜ਼ੀਆਂ ਦੇ ਵਿੱਚੋਂ ਸਾਨੂੰ ਕੀ ਮਿਲਦਾ ਹੈ? ਉਹ ਮਿਨਰਲ
ਤੇ ਵਿਟਾਮਿਨ ਮਿਲਦੇ ਨੇ ਤੇ ਵਿਟਾਮਿਨ ਸਾਡੇ ਸਰੀਰ ਦੀ ਕੀ ਆ ਸੁਰੱਖਿਆ ਕਰਦੇ ਆ, ਬਿਮਾਰੀਆਂ ਤੋਂ ਸੁਰੱਖਿਆ ਕਰਦੇ ਆ। ਤੇ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਵੀ ਜਾ ਸਕਦਾ ਹੈ। ਪ੍ਰੋਟੈਕਸ਼ਨ ਫੂਡ ਜਿਹੜੇ ਨੇ ਭੋਜਨ ਪੁੱਛੇ ਜਾ ਸਕਦੇ ਨੇ, ਜਿਵੇਂ ਅਸੀਂ ਉੱਥੇ ਲਿਖ ਸਕਦੇ ਆ ਹਰੀਆਂ ਸਬਜ਼ੀਆਂ, ਫਰੂਟ ਹੋ ਗਏ। ਨਾਲ ਹੀ ਨਾਲ ਤੁਹਾਡੇ ਤੇ ਪੁੱਛਿਆ ਜਾ ਸਕਦਾ ਹੈ ਸਾਡੇ ਸਰੀਰ ਨੂੰ ਪ੍ਰੋਟੈਕਸ਼ਨ ਸੁਰੱਖਿਆ ਕੌਣ ਦਿੰਦਾ ਹੈ। ਥੱਲੇ 4 ਆਪਸ਼ਨਾਂ ਹੋਣਗੀਆਂ, ਕਾਰਬੋਹਾਈਡਰੇਟ ਹੋਊਗਾ, ਪ੍ਰੋਟੀਨ ਹੋਊਗਾ ਜਾਂ ਵਿਟਾਮਿਨ ਹੋਣਗੇ। ਤਾਂ ਉਹਦੇ ਵਿੱਚ ਜਿਹੜਾ ਅਸੀਂ ਕੁਐਸਚਨ ਸਹੀ ਕਰਾਂਗੇ ਉਹ ਅਸੀਂ ਵਿਟਾਮਿਨ ਕਰਾਂਗੇ। ਜਿਹੜਾ ਵਿਟਾਮਿਨ ਹੈਗੇ ਨੇ ਉਹ ਸਾਡੇ ਸਰੀਰ ਨੂੰ ਕੀ ਦਿੰਦੇ ਨੇ, ਸੁਰੱਖਿਆ ਕਰਦੇ ਨੇ, ਸਾਡੇ ਸਰੀਰ ਨੂੰ ਪ੍ਰੋਟੈਕਸ਼ਨ ਦਿੰਦੇ ਨੇ। ਉਹ ਅਸੀਂ ਇੱਥੇ ਚੀਜ਼ ਨੋਟ ਕਰਾਂਗੇ। ਤਾਂ ਇਸੇ ਤਰੀਕੇ ਨਾਲ ਅਸੀਂ ਇੱਥੇ ਹੁਣ ਅਸੀਂ ਇੱਕ ਆਪਾਂ ਛੋਟੀ ਜੀ ਜਿਹੜੀ ਗੱਲ ਆ ਅਸੀਂ ਰਿਵੀਜ਼ਨ ਦੇ ਵਿੱਚ ਕਵਿਜ਼ ਰਿਵੀਜ਼ਨ ਕਰਦੇ ਹਾਂ। ਤਾਂ ਕਵਿਜ਼ ਰਿਵੀਜ਼ਨ ਦੇ ਵਿੱਚ ਅਸੀਂ ਮੇਰੇ ਪਿਆਰੇ ਬੱਚਿਓ ਕੀ ਪੜ੍ਹ ਕੇ ਆਏ, ਅਸੀਂ ਪੜ੍ਹ ਕੇ ਆਏ ਜੇ ਅਸੀਂ ਇਹਨੂੰ ਲਿਖੀਏ ਤਾਂ ਅਸੀਂ ਕੀ ਪੜ੍ਹ ਕੇ ਆਏ, ਅਸੀਂ ਪੋਸ਼ਕ ਤੱਤ ਜਾਂ ਪੋਸ਼ਕ ਤੱਤ ਪੜ੍ਹ ਕੇ ਆਏ। ਇਹ ਪੋਸ਼ਕ ਤੱਤਾਂ ਦਾ ਵਰਗੀਕਰਨ ਕੀਤਾ। ਕੀ ਕੀਤਾ ਸੀ? ਵਰਗੀਕਰਨ ਕੀਤਾ। ਵਰਗੀਕਰਨ ਕਿਹਦੇ ਆਧਾਰ ਤੇ ਅਸੀਂ ਕੀਤਾ? ਅਸੀਂ ਕੰਮ ਦੇ ਆਧਾਰ ਤੇ ਕੀਤਾ ਕਿ ਕਿਹੜੇ ਕਿਹੜੇ ਪੋਸ਼ਕ ਤੱਤ ਕੀ ਕੀ ਕੰਮ ਕਰਦੇ ਸੀ। ਤਾਂ ਇਹ ਭਾਗ ਅਸੀਂ ਟੋਟਲ 3 ਬਣਾਏ। ਪਹਿਲਾ ਸੀ ਊਰਜਾ ਦੇਣ ਦੀ ਗੱਲ ਕਰਦਾ ਸੀ। ਪਹਿਲਾ ਕੀ ਸੀ? ਊਰਜਾ ਕਿਹੜੇ ਕਿਹੜੇ ਪੋਸ਼ਕ ਤੱਤ ਦਿੰਦੇ ਆ। એનર્ਜੀ ਦੀ ਗੱਲ ਕੀਤੀ ਤਾਂ એનર્ਜੀ ਸਾਨੂੰ ਮਿਲਦੀ ਸੀ ਕਾਰਬੋਹਾਈਡਰੇਟ ਤੋਂ। ਕਿੱਥੋਂ ਮਿਲਦੀ ਸੀ? ਤਾਂ ਇਹਨੂੰ ਅਸੀਂ ਇੱਕ ਵਾਰ ਅਰੇਂਜ ਕਰ ਦਿੰਦੇ ਆ। ਤਾਂ ਅਸੀਂ ਸਾਨੂੰ ਕਾਰਬੋਹਾਈਡਰੇਟ ਤੋਂ ਮਿਲਦੀ ਸੀ। ਕਿੱਥੋਂ ਮਿਲਦੀ ਸੀ? ਕਾਰਬੋਹਾਈਡਰੇਟ ਤੋਂ ਸਾਨੂੰ ਜਿਹੜੀ ਆ ਉਹ એનર્ਜੀ ਮਿਲਦੀ ਸੀ। ਤਾਂ ਠੀਕ ਹੈ, ਕਾਰਬੋਹਾਈਡਰੇਟਸ ਤੋਂ ਸਾਨੂੰ ਕੀ ਮਿਲਦੀ ਸੀ? એનર્ਜੀ ਮਿਲਦੀ ਸੀ। ਜਾਂ ਫੈਟ ਤੋਂ ਸਾਨੂੰ ਕੀ ਸੀ? એનર્ਜੀ ਮਿਲਦੀ ਸੀ। ਤਾਂ ਕਾਰਬੋਹਾਈਡਰੇਟ ਤੇ ਫੈਟ ਦੇ ਵਾਸਤੇ ਜਿਹੜੇ ਫੂਡ ਰਿਸੋਰਸ ਹੁੰਦੇ ਨੇ, ਫੂਡ ਰਿਸੋਰਸ ਕੀ ਦੱਸੇ ਸੀ ਅਸੀਂ? ਅਨਾਜ ਦੱਸਿਆ ਸੀ। ਅਨਾਜ ਤੋਂ ਬਾਅਦ ਅਸੀਂ ਜਿਵੇਂ ਆ ਸ਼ੂਗਰ ਦੱਸੀ ਸੀ। ਤੇ ਅਨਾਜ ਜਿਹੜੀ ਗੱਲ ਕਰੀਏ, ਅਨਾਜ ਵਿੱਚ ਵੀ ਅੱਗੋਂ ਅਸੀਂ ਕੀ ਕੀ ਪੜ੍ਹ ਲੈਂਦੇ ਸੀ? ਕਣਕ ਪੜ੍ਹ ਲੈਂਦੇ ਸੀ, ਵੀਟ ਪੜ੍ਹ ਲੈਂਦੇ ਸੀ, ਵੀਟ ਤੋਂ ਬਾਅਦ ਰਾਈਸ ਪੜ੍ਹ ਲੈਂਦੇ ਸੀ, ਚੌਲ ਪੜ੍ਹ ਲੈਂਦੇ ਸੀ। ਤਾਂ ਇਸੇ ਤਰੀਕੇ ਨਾਲ ਜਦੋਂ ਅਸੀਂ ਕੰਮ ਦੇ ਆਧਾਰ ਤੇ ਦੂਜੀ ਵੰਡ ਕੀਤੀ, ਦੂਜੀ ਕੀ ਅਸੀਂ ਵੰਡ ਕੀਤੀ? ਦੂਜੇ ਵਿੱਚ ਸਾਡੇ ਸਰੀਰ ਦੇ ਸਰੀਰਕ ਸਿਰਚਨਾ ਦੀ ਗੱਲ ਕੀਤੀ। ਕਿਹਦੀ ਗੱਲ ਕੀਤੀ ਅਸੀਂ? ਸਰੀਰਕ ਸਿਰਚਨਾ ਦੀ ਗੱਲ ਕੀਤੀ, ਜਿਹਦੇ ਵਿੱਚ ਸਾਡੀ ਫਿਜ਼ੀਕਲ ਸਟਰਕਚਰ ਦੀ ਗੱਲ ਕੀਤੀ। ਤਾਂ ਫਿਜ਼ੀਕਲ ਸਟਰਕਚਰ ਦਾ ਨਿਰਮਾਣ ਜਿਹੜਾ ਹੈ ਉਹ ਕੌਣ ਕਰਦਾ ਹੈ? ਉਹ ਪ੍ਰੋਟੀਨ ਕਰਦੀ ਆ। ਕੌਣ ਕਰਦਾ ਹੈ? ਪ੍ਰੋਟੀਨ ਕਰਦੀ ਆ। ਤੇ ਪ੍ਰੋਟੀਨ ਸਾਨੂੰ ਕਿਹੜੇ ਕਿਹੜੇ ਫੂਡ ਤੋਂ ਮਿਲਦੀ ਆ? ਪ੍ਰੋਟੀਨ ਵਾਸਤੇ ਸਾਨੂੰ ਕਿਹੜੇ ਕਿਹੜੇ ਭੋਜਨ ਵਰਤਣੇ ਪੈਂਦੇ ਆ? ਤਾਂ ਸਾਨੂੰ ਉਹ ਜਿਹੜੇ ਭੋਜਨ ਵਰਤਣੇ ਪੈਂਦੇ ਆ ਉਹਦੇ ਵਾਸਤੇ ਸਾਨੂੰ ਮੀਟ ਦੀ ਵਰਤੋਂ ਕਰਨੀ ਪੈਂਦੀ ਹੈ। ਮੀਟ ਤੋਂ ਬਾਅਦ ਸਾਨੂੰ ਮਿਲਕ ਦੀ ਵਰਤੋਂ ਕਰਨੀ ਪੈਂਦੀ ਹੈ। ਠੀਕ ਹੈ ਜੀ, ਮਿਲਕ ਹੋ ਗਿਆ, ਮੀਟ ਹੋ ਗਿਆ। ਜਦੋਂ ਅਸੀਂ ਇਹ ਚੀਜ਼ਾਂ ਦੀ ਵਰਤੋਂ ਕਰਦੇ ਆ ਜਾਂ ਅਸੀਂ ਗੱਲ ਕਰੀਏ ਐਗ ਦੀ ਵਰਤੋਂ ਕਰਨੀ ਪੈਂਦੀ ਆ, ਆਂਡੇ ਦੀ ਵਰਤੋਂ ਕਰਨੀ ਪੈਂਦੀ ਹੈ। ਇਹਦੇ ਨਾਲ ਕੀ ਹੁੰਦਾ? ਸਾਨੂੰ ਪ੍ਰੋਟੀਨ ਮਿਲਦੀ ਹੈ। ਪ੍ਰੋਟੀਨ ਸਾਡੇ ਸਰੀਰਕ ਸਿਰਜਣਾ ਦਾ ਵਿਕਾਸ ਕਰਦੀ ਆ। ਤੇ ਤੀਜੀ ਗੱਲ ਜਿਹੜੀ ਅਸੀਂ ਕੀਤੀ ਉਹ ਆ ਸਰੀਰ ਦੀ ਸੁਰੱਖਿਆ। ਤਾਂ ਅਸੀਂ ਕੀ ਗੱਲ ਕੀਤੀ? ਸਰੀਰ ਦੀ ਸੁਰੱਖਿਆ, ਫਿਜ਼ੀਕਲ ਪ੍ਰੋਟੈਕਸ਼ਨ ਦੀ ਗੱਲ ਕਰਦੇ ਆ। ਤਾਂ ਫਿਜ਼ੀਕਲ ਪ੍ਰੋਟੈਕਸ਼ਨ ਸਾਨੂੰ ਕਿਹਦੇ ਤੋਂ ਮਿਲਦੀ ਆ? ਉਹ ਵਿਟਾਮਿਨ ਤੋਂ ਮਿਲਦੀ ਏ। ਤੇ ਵਿਟਾਮਿਨ ਦੀ ਭਰਪੂਰ ਮਾਤਰਾ ਜਿਹੜੀ ਹੈਗੀ ਆ ਉਹ ਕਿਹੜੇ ਫੂਡ ਦੇ ਵਿੱਚੋਂ ਪਾਈ ਜਾਂਦੀ ਏ? ਤਾਂ ਉਹਦੇ ਵਿੱਚ ਅਸੀਂ ਜੀ ਵੇਖਿਆ ਕਿ ਫਲਾਂ ਦੇ ਵਿੱਚੋਂ ਪਾਈ ਜਾਂਦੀ ਏ, ਪਲੱਸ ਹਰੀਆਂ ਸਬਜ਼ੀਆਂ ਦੇ ਵਿੱਚੋਂ ਜਿਹੜੇ ਵਿਟਾਮਿਨ ਨੇ ਇਹ ਪਾਏ ਜਾਂਦੇ ਨੇ। ਇਸ ਕਰਕੇ ਜੇ ਤੁਸੀਂ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣਾ ਹੈ ਤਾਂ ਕੋਸ਼ਿਸ਼ ਕਰਿਆ ਕਰੋ ਹਰੀਆਂ ਸਬਜ਼ੀਆਂ ਖਾਣ ਦੀ, ਕੋਸ਼ਿਸ਼ ਕਰਿਆ ਕਰੋ ਫਲਾਂ ਦੀ ਖਾਣ ਦੀ। ਤਾਂ ਇਸੇ ਤਰੀਕੇ ਨਾਲ ਇਹ 3 ਟਾਈਪ ਅਸੀਂ ਪੋਸ਼ਕ ਤੱਤਾਂ ਦੇ ਵਰਗੀਕਰਨ ਕੀਤਾ। ਕਿਹਦੇ ਆਧਾਰ ਤੇ ਕੀਤਾ? ਕੰਮ ਦੇ ਆਧਾਰ ਤੇ ਕੀਤਾ, ਸਰੀਰ ਦੀ ਫੰਕਸ਼ਨਿੰਗ ਦੇ ਆਧਾਰ ਤੇ ਕੀਤਾ, ਵਰਕ ਦੇ ਆਧਾਰ ਤੇ ਕੀਤਾ। ਤੇ ਨਾਲ ਹੀ ਨਾਲ ਕਿਹੜਾ ਕਿਹੜਾ ਕੰਮ ਕੀ ਕੀ ਕਰਦਾ ਹੈ ਮੈਂ ਉਹ ਦੱਸਣ ਦੀ ਕੋਸ਼ਿਸ਼ ਕੀਤੀ। ਇਸੇ ਤਰੀਕੇ ਨਾਲ ਜੇ ਅਸੀਂ ਅਪਰੋਚ ਟੂ ਪੇਪਰ ਚੱਲੀਏ ਤਾਂ ਪੇਪਰ ਦੇ ਵਿੱਚ ਵੀ ਕੁਐਸਚਨ ਜਿਹੜੇ ਹੈਗੇ ਨੇ ਇਸੇ ਟਾਈਪ ਦੇ ਬਣ ਕੇ ਆਉਂਦੇ ਆ, ਕੁਐਸਚਨ ਵੀ ਇਸੇ ਤਰੀਕੇ ਦੇ ਨਿਕਲ ਕੇ ਆਉਂਦੇ ਆ। ਤਾਂ ਇਹ ਸਾਰੇ ਕੁਐਸਚਨ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਤੇ ਅੱਗੋਂ ਚੀਜ਼ ਆ ਜਾਂਦੀ ਆ ਹੋਰ। ਉਹ ਚੀਜ਼ ਕੀ ਆ ਜਾਂਦੀ ਹੈ? ਔਨ ਦਾ ਬੇਸ ਆਫ ਕੁਆਂਟੀਟੀ। ਅਸੀਂ ਕੁਆਂਟੀਟੀ ਦੇ ਆਧਾਰ ਦੇ ਉੱਤੇ, ਅਸੀਂ ਕਹਿਣ ਦਾ ਮਤਲਬ ਮਾਤਰਾ ਦੇ ਆਧਾਰ ਦੇ ਉੱਤੇ ਵੇਖਿਆ ਜਾਈਏ ਕਿ ਜਿਹੜੀ ਕਿੰਦੀ ਮਾਤਰਾ ਘੱਟ ਪਾਈ ਜਾਂਦੀ ਆ, ਕਿੰਦੀ ਮਾਤਰਾ ਵੱਧ ਪਾਈ ਜਾਂਦੀ ਆ, ਕਿੰਦਾ weight ਘੱਟ ਆ, ਕਿੰਦਾ weight ਜ਼ਿਆਦਾ ਹੈ। ਤਾਂ ਇਹਦੇ ਆਧਾਰ ਤੇ ਜਦੋਂ ਅਸੀਂ ਪੋਸ਼ਕ ਤੱਤਾਂ ਨੂੰ, ਨਿਊਟ੍ਰੀਐਂਟਾਂ ਨੂੰ ਵੰਡਦੇ ਆ ਤਾਂ ਉਹ ਕਿਹੜੇ ਕਿਹੜੇ ਵੰਡ ਦਿੰਦੇ ਆ? ਤਾਂ ਇਹਦੇ ਵਿੱਚ ਅਸੀਂ ਮੈਕਰੋ ਨਿਊਟ੍ਰੀਐਂਟ ਵੰਡਦੇ ਆ
ਜਾਂ ਮੈਕਰੋ। ਅਸੀਂ ਮੈਕਰੋ ਤੇ ਮੈਕਰੋ ਦਾ ਮੀਨਿੰਗ ਇਹਨੂੰ ਅਸੀਂ ਕਹਾਂਗੇ ਵੱਡੇ ਪੋਸ਼ਕ ਤੱਤ ਤੇ ਇਹਨੂੰ ਅਸੀਂ ਕਹਾਂਗੇ ਛੋਟੇ ਪੋਸ਼ਕ ਤੱਤ। ਤਾਂ ਜਿਹੜੇ ਵੱਡੇ ਤੇ ਛੋਟੇ ਪੋਸ਼ਕ ਤੱਤ, ਜਿਹੜੀ ਪਹਿਲਾਂ ਅਸੀਂ ਵੰਡ ਕੀਤੀ ਸੀ ਉਹ ਵਰਕ ਦੇ ਆਧਾਰ ਤੇ ਕੀਤੀ ਸੀ ਕਿ ਕਿਹੜੇ ਕਿਹੜੇ ਪੋਸ਼ਕ ਤੱਤ ਕਿਹੜੇ ਕਿਹੜੇ ਕੰਮ ਕਰਦੇ ਆ। ਊਰਜਾ ਦੇਣ ਦਾ ਕੰਮ ਕੌਣ ਕਰਦਾ ਹੈ, ਸਰੀਰ ਦੀ ਸਿਰਜਣਾ ਦਾ ਕੰਮ ਕੌਣ ਕਰਦਾ ਹੈ, ਸਰੀਰ ਨੂੰ ਸੁਰੱਖਿਆ ਦੇਣ ਦਾ ਕੰਮ ਕੌਣ ਕਰਦਾ ਹੈ। ਆ ਜਿਹੜੀ ਵੰਡ ਕੀਤੀ ਅਸੀਂ, ਇਹ ਵੰਡ ਕਰ ਰਹੇ ਹਾਂ ਅਸੀਂ, ਇਹ ਜਿਹੜੀ ਵੱਡੇ ਪੋਸ਼ਕ ਤੱਤ ਤੇ ਛੋਟੇ, ਇਹ ਕੁਆਂਟਿਟੀ ਦੇ ਆਧਾਰ ਤੇ ਕਿ ਮਾਤਰਾ ਦੇ ਵਿੱਚ ਕਿਹੜੇ ਜ਼ਿਆਦਾ ਨੇ ਤੇ ਮਾਤਰਾ ਦੇ ਵਿੱਚ ਕਿਹੜੇ ਛੋਟੇ ਨੇ, ਉਹਨਾਂ ਦੀ ਅਸੀਂ ਵੰਡ ਕਰ ਰਹੇ ਹਾਂ। ਤਾਂ ਇਹ ਵੰਡ ਅਸੀਂ ਦੋ ਭਾਗਾਂ ਵਿੱਚ ਕਰਦੇ ਹਾਂ, ਵੱਡੇ ਤੇ ਛੋਟੇ ਪੋਸ਼ਕ ਤੱਤ। ਤਾਂ ਜਿਹੜੇ ਵੱਡੇ ਪੋਸ਼ਕ ਤੱਤ ਹੁੰਦੇ ਨੇ, ਤਾਂ ਵੱਡੇ ਪੋਸ਼ਕ ਤੱਤਾਂ ਦੇ ਵਿੱਚ ਅਸੀਂ ਗੱਲ ਕਰੀਏ ਕਿ ਇਹ ਜਿਹੜੇ ਸੂਖਮ ਪੋਸ਼ਕ ਤੱਤ ਨੇ, ਇਹ ਥੋੜੀ ਮਾਤਰਾ ਵਿੱਚ ਲੋੜੀਂਦੇ ਪੋਸ਼ਕ ਤੱਤ ਹੁੰਦੇ ਨੇ ਤੇ ਇਹ ਵਿਟਾਮਿਨ ਤੇ ਖਣਿਜ ਭੋਜਨ ਦੇ ਕੁੱਲ ਭਾਰ ਦਾ ਛੋਟਾ ਜਿਹਾ ਹਿੱਸਾ ਹੁੰਦੇ ਨੇ। ਤਾਂ ਜਿਹੜੇ ਅਸੀਂ ਗੱਲ ਕਰੀਏ ਵੱਡੇ ਪੋਸ਼ਕ ਤੱਤਾਂ ਦੀ ਗੱਲ, ਤਾਂ ਵੱਡੀ ਮਾਤਰਾ ਵਿੱਚ ਲੋੜੀਂਦੇ ਪੋਸ਼ਕ ਤੱਤ ਹੁੰਦੇ ਨੇ ਤੇ ਭੋਜਨ ਵਿੱਚ ਮੌਜੂਦ ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ ਅਤੇ ਪਾਣੀ ਵਿੱਚ ਸੂਥਲ ਪੋਸ਼ਕ ਤੱਤ ਆਉਂਦੇ ਨੇ। ਤਾਂ ਇਹਦੇ ਵਿੱਚ ਅਸੀਂ ਜਦੋਂ ਕੁਆਂਟਿਟੀ ਦੇ ਆਧਾਰ ਤੇ, ਕਿਹਦੇ ਆਧਾਰ ਤੇ, ਕੁਆਂਟਿਟੀ ਦੇ ਆਧਾਰ ਤੇ, ਮਾਤਰਾ ਦੇ ਆਧਾਰ ਤੇ ਪੋਸ਼ਕ ਤੱਤਾਂ ਦੀ ਵੰਡ ਕੀਤੀ। ਕਿਹਦੀ ਅਸੀਂ ਵੰਡ ਕੀਤੀ? ਪੋਸ਼ਕ ਤੱਤਾਂ ਦੀ ਜਾਂ ਪੌਸ਼ਟਿਕ ਤੱਤਾਂ ਦੀ। ਅਸੀਂ ਪੌਸ਼ਟਿਕ ਤੱਤਾਂ ਦੀ ਵੰਡ ਕੀਤੀ ਜਾਂ ਪੋਸ਼ਕ ਤੱਤਾਂ ਦੀ ਵੰਡ ਕੀਤੀ। ਤਾਂ ਪੋਸ਼ਕ ਤੱਤਾਂ ਦੀ ਵੰਡ ਕੀਤੀ ਤਾਂ ਇਹ ਅਸੀਂ ਕਿੰਨੇ ਭਾਗਾਂ ਵਿੱਚ ਕੀਤੀ? ਇਹ ਅਸੀਂ ਦੋ ਭਾਗਾਂ ਦੇ ਵਿੱਚ ਕੀਤੀ। ਤਾਂ ਪਹਿਲਾਂ ਜਿਹੜੇ ਹੈਗੇ ਸੀ ਮੈਕਰੋ ਤੇ ਮੈਕਰੋ ਜਿਹੜੇ ਨੇ, ਇਹ ਅਸੀਂ ਵੱਡੇ, ਇਹਨੂੰ ਅਸੀਂ ਕੀ ਕਹਿੰਦੇ ਆ? ਵੱਡੇ ਪੋਸ਼ਕ ਤੱਤ। ਤੇ ਇਹਨੂੰ ਅਸੀਂ ਕੀ ਕਹਿੰਦੇ ਆ? ਇਹਨੂੰ ਅਸੀਂ ਛੋਟੇ, ਸੂਖਮ ਨੂੰ ਕੀ ਕਹਿ ਦਿੰਦੇ ਆ? ਛੋਟੇ ਪੋਸ਼ਕ ਤੱਤ ਕਹਿ ਦਿੰਦੇ ਆ। ਜੇ ਪੇਪਰ ਦੇ ਵਿੱਚ ਕੁਐਸਚਨ ਆ ਜੇ ਵੱਡੇ ਪੋਸ਼ਕ ਤੱਤ ਕਿਹੜੇ ਕਿਹੜੇ ਨੇ, ਤਾਂ ਤੁਸੀਂ ਉੱਥੇ ਕੀ ਟਿਕ ਕਰਕੇ ਆਉਣਾ ਹੈ? ਕਾਰਬੋਹਾਈਡਰੇਟ ਕਰਕੇ ਆਉਣਾ ਹੈ, ਚਰਬੀ ਕਰਕੇ ਆਉਣਾ ਹੈ, ਪ੍ਰੋਟੀਨ ਕਰਕੇ ਆਉਣਾ ਹੈ, ਪਾਣੀ ਕਰਕੇ ਆਉਣਾ ਹੈ। ਤਾਂ ਜੇ ਤੁਹਾਡੇ ਕੋਈ ਪੁੱਛ ਲੈ ਛੋਟੇ ਪੋਸ਼ਕ ਤੱਤ, ਤਾਂ ਉਹਦੇ ਵਿੱਚ ਤੁਸੀਂ ਦੋ ਹੀ ਯਾਦ ਰੱਖਣੇ ਨੇ। ਤਾਂ ਦੋ ਕਿਹੜੇ ਕਿਹੜੇ ਯਾਦ ਰੱਖਣੇ ਨੇ? ਮਿਨਰਲ ਤੇ ਵਿਟਾਮਿਨਸ, ਖਣਿਜ ਤੇ ਵਿਟਾਮਿਨ ਜਿਹੜੇ ਹੈਗੇ ਨੇ ਇਹ ਛੋਟੇ ਪੋਸ਼ਕ ਤੱਤ ਨੇ। ਤਾਂ ਇਸੇ ਤਰ੍ਹਾਂ ਅਸੀਂ ਇਸ ਕਲਾਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਿਹਤ ਨੂੰ ਸਮਝਿਆ, ਸਿਹਤ ਤੋਂ ਬਾਅਦ ਅਸੀਂ ਪੋਸ਼ਣ ਨੂੰ ਸਮਝਿਆ, ਪੋਸ਼ਣ ਤੋਂ ਬਾਅਦ ਅਸੀਂ ਪੋਸ਼ਕ ਤੱਤਾਂ ਨੂੰ ਸਮਝਿਆ, ਪੋਸ਼ਕ ਤੱਤਾਂ ਤੋਂ ਬਾਅਦ ਅਸੀਂ ਪੋਸ਼ਕ ਤੱਤਾਂ ਦੇ ਕੰਮ ਦੇ ਆਧਾਰ ਤੇ ਵੰਡ ਨੂੰ ਸਮਝਿਆ ਤੇ ਨਾਲ ਨਾਲ ਕਿਹੜਾ ਕਿਹੜਾ ਵਰਕ ਕਰਦਾ ਹੈ ਉਹ ਚੀਜ਼ ਨੂੰ ਸਮਝਿਆ। ਉਸ ਤੋਂ ਬਾਅਦ ਲਾਸਟ ਦੇ ਵਿੱਚ ਜਾ ਕੇ ਅਸੀਂ ਜਿਹੜਾ ਹੈਗਾ ਉਹ ਅਸੀਂ ਕੁਆਂਟਿਟੀ ਤੇ ਮਾਤਰਾ ਦੇ ਆਧਾਰ ਤੇ ਪੋਸ਼ਕ ਤੱਤਾਂ ਦੀ ਵੰਡ ਨੂੰ ਸਮਝਿਆ। ਅੱਗੇ ਜਾ ਕੇ ਅਸੀਂ ਕਾਰਬੋਹਾਈਡਰੇਟ, ਉਸ ਤੋਂ ਬਾਅਦ ਪ੍ਰੋਟੀਨ ਤੋਂ ਬਾਅਦ ਪ੍ਰੋਟੀਨ, ਚਰਬੀ, ਪਾਣੀ, ਵਿਟਾਮਿਨ ਤੇ ਖਣਿਜ, ਇਹਨਾਂ ਨੂੰ ਅਸੀਂ ਪੜਾਂਗੇ ਕਿ ਇਹਨਾਂ ਦੇ ਜਿਹੜੇ ਹੈਗੇ ਨੇ, ਇਹਨਾਂ ਦੇ ਸਾਡੇ ਸਰੀਰ ਦੇ ਵਿੱਚ ਲੋੜ ਕਿਉਂ ਆ। ਵੈਸੇ ਤਾਂ ਅਸੀਂ ਸਰੀਰ ਦੇ ਵਿੱਚ ਲੋੜ ਕਿਉਂ ਇਸੇ ਕਲਾਸ ਦੇ ਵਿੱਚ ਹੀ ਪੜ੍ਹ ਚੁੱਕੇ ਹਾਂ, ਪਰ ਉੱਥੇ ਅਸੀਂ ਚੰਗੀ ਤਰ੍ਹਾਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਤਾਂ ਉਸ ਤੋਂ ਬਾਅਦ ਇਹ ਸਾਨੂੰ ਕਿੱਥੋਂ ਪ੍ਰਾਪਤ ਹੁੰਦੇ ਨੇ, ਇਹ ਚੀਜ਼ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਲਾਸਟ ਦੇ ਵਿੱਚ, ਕਿਉਂਕਿ ਇਹ ਸਿਲੇਬਸ ਜਿਹੜਾ ਹੈਗਾ ਇਹ ਐਨਟੀਟੀ ਦੇ ਸਿਲੇਬਸ ਦੇ ਵਿੱਚ ਵੀ ਹੈਗਾ ਹੈ। ਇਸ ਕਰਕੇ ਅਸੀਂ ਪੜਾਂਗੇ 0 ਤੋਂ 6 ਸਾਲ ਦੇ ਬੱਚਿਆਂ ਨੂੰ, 0 ਤੋਂ 6 ਸਾਲ ਦੇ ਬੱਚਿਆਂ ਨੂੰ ਕਾਰਬੋਹਾਈਡਰੇਟ ਦੀ ਕਿੰਨੀ ਮਾਤਰਾ ਚਾਹੀਦੀ ਆ, ਚਰਬੀ ਦੀ ਕਿੰਨੀ ਮਾਤਰਾ ਚਾਹੀਦੀ ਆ, ਪ੍ਰੋਟੀਨ ਦੀ ਕਿੰਨੀ ਮਾਤਰਾ ਚਾਹੀਦੀ ਆ, ਪਾਣੀ ਦੀ ਕਿੰਨੀ ਮਾਤਰਾ ਚਾਹੀਦੀ ਆ, ਵਿਟਾਮਿਨ ਦੀ ਕਿੰਨੀ ਮਾਤਰਾ ਚਾਹੀਦੀ ਆ, ਖਣਿਜ ਦੀ ਕਿੰਨੀ ਮਾਤਰਾ ਚਾਹੀਦੀ ਹੈ। ਇਹ ਸਾਰੀਆਂ ਚੀਜ਼ਾਂ ਅਸੀਂ ਕਰਾਂਗੇ ਤੇ ਇਸ ਤੋਂ ਬਾਅਦ ਜਿਹੜੀ ਤੀਜੀ ਕਲਾਸ ਆ ਉਹ ਅਸੀਂ MCQs ਦੀ ਕਲਾਸ ਲੈ ਕੇ ਆਵਾਂਗੇ। ਇਸੇ ਤਰੀਕੇ ਨਾਲ ਇਸ ਸੀਰੀਜ਼ ਨੂੰ ਆ ਜਿਹੜਾ ਉਹ ਅੱਗੇ ਅਸੀਂ ਤੋਰਦੇ ਜਾਵਾਂਗੇ। ਤਾਂ ਇਹ ਜਿਨ੍ਹਾਂ ਦਾ ਵੀ ਸੁਪਰਵਾਈਜ਼ਰ ਦਾ ਪੇਪਰ ਆ, ਜਿਹੜੇ ਬੱਚੇ ਵੀ ਐਨਟੀਟੀ ਦੀ ਤਿਆਰੀ ਕਰ ਰਹੇ, ਭਲੇ ਕੋਈ ਵੀ ਕੰਪੋਨੈਂਟ ਦੀ ਕਿਸੇ ਵੀ ਤੁਸੀਂ ਪੇਪਰ ਦੀ ਤਿਆਰੀ ਕਰਦੇ ਹੋ, ਸਾਰੇ ਪੇਪਰਾਂ ਲਈ ਜਿਹੜਾ ਹੈਗਾ ਇਹ ਟੌਪਿਕ ਵੈਰੀ ਇੰਪੋਰਟੈਂਟ ਟੌਪਿਕ ਜਿਹੜਾ ਹੈ ਉਹ ਬਣ ਜਾਂਦਾ।